ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਖਾਲਿਸਤਾਨ ਉਸਦਾ ਸੰਕਲਪ ਅਤੇ ਪ੍ਰਣਾਲੀ ਭਾਗ ਚੌਥਾ ਪੰਨਾ ਨੰਬਰ 96। ਰਾਜ ਕਰੇਗਾ ਖਾਲਸਾ। ਅਸਲੋਂ ਮਨੁੱਖ ਨੇ ਜਦ ਸਮੂਹਕ ਤੌਰ ਤੇ ਸਲੀਕੇ ਨਾਲ ਰਹਿਣਾ ਸਿੱਖਣਾ ਆਰੰਭਿਆ ਤਾਂ ਉਸ ਨੂੰ ਕੁਝ ਜਾਬਤੇ, ਕੁਝ ਨਿਯਮਾਂ ਅਤੇ ਕੁਝ ਸਿਧਾਂਤਾਂ ਦੀ ਲੋੜ ਉਪਜੀ। ਇਸੇ ਮਨੁੱਖੀ ਲੋੜ ਦੀ ਪੂਰਤੀ ਵਜੋਂ ਨੀਤੀ ਨੇ ਜਨਮ ਲਿਆ। ਇਹੋ ਨੀਤੀ ਕੂਟਨੀਤੀ ਤੱਕ ਅਪੜੀ, ਜਿਸ ਲੋੜ ਦੀ ਹੀ ਪੂਰਤੀ ਰਾਜ ਨੇ ਕੀਤੀ। ਇਹ ਰਾਜ ਹੀ ਬਾਅਦ ਵਿੱਚ ਏਕਾ ਕੇਂਦਰਿਤ ਅਵਸਥਾ ਵਿੱਚ ਪਹੁੰਚ ਕੇ ਅਰਾਜ ਅਤੇ ਕੁਰਾਜ ਬਣਿਆ, ਜਿਸ ਨੇ ਮਨੁੱਖ ਵਿੱਚ ਵੰਡੀਆਂ ਪਾਈਆਂ। ਸ਼ਾਸਕ ਤੇ ਸ਼ਾਸਿਤ ਵਰਗ ਬਣੇ, ਇਹਨਾਂ ਲਈ ਨਿਯਮ ਬਣੇ। ਸ਼ਾਸਕਾਂ ਦੇ ਅਧਿਕਾਰ ਅਤੇ ਪ੍ਰਜਾ ਦੇ ਅਧਿਕਾਰ ਨਿਯਤ ਕੀਤੇ ਗਏ। ਇਹਨਾਂ ਨਾਲ ਫਿਰ ਲੋੜ ਮਹਿਸੂਸ ਕੀਤੀ ਗਈ ਫਰਜ਼ ਅਦਾ ਕਰਨ ਦੀ, ਮਰਿਆਦਾ ਦੀ। ਇੰਜ ਮਨੁੱਖ ਲਈ ਫਰਜ਼ਾਂ ਦਾ ਨਿਰਧਾਰਨ ਹੋਇਆ। ਇਹ ਸਭ ਕੁਝ ਮਨੁੱਖੀ ਲੋੜਾਂ ਮੁਤਾਬਕ ਵੱਧਦੇ ਘਟਦੇ ਰਹੇ, ਜੋ ਬਾਅਦ ਵਿੱਚ ਮਨੁੱਖੀ ਅਧਿਕਾਰਾਂ ਦਾ ਰੂਪ ਧਾਰਨ ਕਰ ਗਏ। ਬਲਤੰਤਰ ਤੋਂ ਪਰਿਵਾਰ ਤੰਤਰ ਤੇ ਇਸ ਤੋਂ ਹੁੰਦਾ ਹੋਇਆ ਕਬੀਲੇ ਤੰਤਰ ਤੋਂ ਦਹਿਸ਼ਤੀ ਤਾਨਾਸ਼ਾਹੀ ਤੰਤਰ, ਕਦੇ ਨਿਰੰਕੁਸ਼ਤਾ ਨਾਲ ਕਦੇ ਆਟੋਕ੍ਰੈਟਿਕ ਢੰਗ ਨਾਲ ਰਾਜ ਕਰਨ ਦਾ ਤੰਤਰ ਬਣਿਆ ਰਿਹਾ ਹੈ। ਨਿਰੰਕੁਸ਼ ਬਾਦਸ਼ਾਹੀ ਰਾਜਸ਼ਾਹੀ ਤੋਂ ਲੈ ਕੇ ਪੂੰਜੀਵਾਦੀ ਸਮਾਜਵਾਦ, ਤਾਨਾਸ਼ਾਹੀ ਸਮਾਜਵਾਦੀ ਮਾਰਕਸਵਾਦ ਜਾਂ ਮਾਓਵਾਦੀ ਰਾਜਸ਼ਾਹੀ ਸਮਾਜਵਾਦ ਤੋਂ ਲੈ ਕੇ ਪ੍ਰਜਾਤੰਤਰ ਤੱਕ ਦਾ ਸਫ਼ਰ ਵੀ ਮਨੁੱਖ ਨੇ ਆਪਣੇ ਲਈ ਇੱਕ ਆਦਰਸ਼ ਪ੍ਰਣਾਲੀ ਦੀ ਪ੍ਰਾਪਤੀ ਹਿੱਤ ਹੀ ਤੈਅ ਕੀਤਾ ਹੈ, ਜਿਸ ਵਿੱਚ ਰਾਜ ਕਰਨ ਦੀ ਤਾਕਤ ਦਾ ਹਥਿਆਉਣਾ ਤੇ ਇਸ ਨੂੰ ਕਾਇਮ ਰੱਖਣ ਵਾਲੀ ਤਾਕਤ ਦਾ ਨਿਰਣਾਇਕ ਪਹਿਲੂ ਹਮੇਸ਼ਾ ਹੀ ਤਲਵਾਰ ਜਾਂ ਸ਼ਸਤਰ ਰਿਹਾ ਹੈ। ਇਸ ਸ਼ਸਤਰਧਾਰੀ ਤਾਕਤ ਨੂੰ ਵਿਅਕਤੀਗਤ ਸ਼ਸਤਰ ਦੀ ਤਾਕਤੀ ਦਹਿਸ਼ਤੀ ਪ੍ਰਗਟਾ ਦੇ ਬਾਲਾਦਸਤੀ ਰਾਜ ਤੋਂ ਨਿਰੰਕੁਸ਼ਤਾ ਵਾਲੀ ਤਾਕਤੀ ਰਾਜ ਵਿੱਚ ਆਉਂਦੇ ਆਉਂਦੇ ਇਸ ਨੂੰ ਬੰਦੋਬਸਤੀ ਮਰਿਆਦਾ ਵਿੱਚ ਲਿਆਉਣ ਦੀ ਕੋਸ਼ਿਸ਼ ਦਾ ਨਾਮ ਹੀ ਰਾਜ ਦਾ ਸਿਧਾਂਤ ਬਣ ਕੇ ਰਹਿ ਗਿਆ ਹੈ। ਇਹ ਦੌੜ ਅਤੇ ਖੋਜ ਲਗਾਤਾਰ ਬਿਨਾਂ ਥਕਾਨ ਜਾਰੀ ਹੈ। ਇਸ ਹਿੱਤ ਮਨੁੱਖ ਦੀ ਦੌੜ ਦਾ ਅਸਲ ਸੱਚ ਇਹ ਹੈ ਕਿ ਲੋਕਾਂ ਵੱਲੋਂ ਅਜਮਾਈਆਂ ਗਈਆਂ ਭਾਂਤ-ਭਾਂਤ ਦੀਆਂ ਰਾਜ ਪ੍ਰਣਾਲੀਆਂ ਰਾਹੀਂ ਮਨੁੱਖ ਦੀ ਅਸਲ ਲੋੜ ਅਤੇ ਉਸ ਦੀ ਇਸ ਹਿੱਤ ਅਸਲ ਤਰੇਹ ਦੀ ਤ੍ਰਿਪਤੀ ਸੰਭਵ ਨਹੀਂ ਹੋ ਪਾਈ ਹੈ। ਇਹ ਭਟਕਣ ਇਸ ਕਦਰ ਮ੍ਰਿਗ ਤ੍ਰਿਸ਼ਨਾ ਵਿੱਚ ਬਦਲ ਚੁੱਕੀ ਹੈ ਕਿ ਮਨੁੱਖ ਆਪਣੀ ਆਤਮਿਕ ਸੁੱਚਤਾ ਵਿੱਚੋਂ ਵਗਦੇ ਨਿਰਮਲ ਝਰਨਿਆਂ ਤੋਂ ਹੀ ਵਾਂਝਾ ਰਹਿ ਰਿਹਾ ਹੈ। ਰਾਜ ਕਰੇਗਾ ਖਾਲਸਾ ਦਾ ਸੰਕਲਪ ਮਨੁੱਖ ਦੀ ਇਸੇ ਭਟਕਣ ਤੋਂ ਬਚਾਅ ਦਾ ਸਪਸ਼ਟ ਅਤੇ ਖਰਾ ਵਿਹਾਰਕ ਉੱਤਰ ਹੈ। ਖਾਲਸੇ ਦੀ ਖਾਲਸਾਈ ਵਿਚਾਰਧਾਰਾ ਵਿੱਚ ਰਾਜ ਕਰੇਗਾ ਖਾਲਸਾ ਦਾ ਰਾਜਨੀਤਿਕ ਮਨੋਰਥ ਸਪਸ਼ਟ ਤੌਰ ਤੇ ਕਲਿਆਣਕਾਰੀ ਅਤੇ ਕੁਦਰਤੀ ਰਜਾ ਵਿੱਚ ਰਹਿੰਦੇ ਹੋਏ ਨਿਯੋਜਨ ਦੇ ਪ੍ਰਬੰਧਕੀ ਖਾਕੇ ਦੀ ਪਹਿਲਾਂ ਤੋਂ ਨਿਰਧਾਰਤ ਜ਼ਰੂਰੀ ਉਦੇਸ਼ ਭਰਪੂਰ ਸ਼ਰਤ ਉਸਾਰੂ ਨਿਰਮਾਣਕਾਰੀ ਸਿਆਸੀ ਵਿਚਾਰਧਾਰਾ ਦਾ ਪ੍ਰਗਟਾਵਾ ਹੈ। ਇਹ ਕੋਈ ਸ਼ਸਤਰਧਾਰੀ ਬਲਸ਼ਾਲੀ ਵਿਅਕਤੀਆਂ ਦੇ ਅਥਵਾ ਰਾਜ ਦੇ ਫੌਜੀ ਤਾਕਤੀ ਰਾਜ ਰਾਹੀਂ ਵਿਧਾਨਿਕਤਾ ਹਾਸਲ ਕੀਤੀ ਦਹਿਸ਼ਤੀ ਸ਼ਸਤਰਧਾਰੀ ਰਾਜ ਪ੍ਰਣਾਲੀ ਅਤੇ ਪ੍ਰਗਟਾ ਦੇ ਪ੍ਰਬੰਧਕੀ ਸ਼ਾਸਨ ਦੀ ਕਲਪਨਾ ਨਹੀਂ ਹੈ। ਇਸ ਸਮੁੱਚੇ ਸਿਆਸੀ ਸਿਧਾਂਤ ਦੀ ਵਿਹਾਰਕਤਾ ਨੂੰ ਆਤਮਸਾਤ ਕਰਨ ਦੀ ਉਨੀ ਹੀ ਲੋੜ ਹੈ ਜਿਤਨੀ ਕਿ ਇਸ ਦੀ ਵਿਹਾਰਕ ਕਾਰਜ ਪ੍ਰਣਾਲੀ ਦੇ ਦਸਹੱਦੇ ਦ੍ਰਿਸ਼ਟਾਉਣ ਦੀ ਅਹਿਮੀਅਤ ਹੈ। ਫਿਲਹਾਲ ਲੋਕਾਈ ਨੂੰ ਇਹ ਸਪਸ਼ਟ ਨਹੀਂ ਹੈ ਕਿ ਖਾਲਸੇ ਦਾ ਰਾਜ ਕਿਹੋ ਜਿਹਾ ਹੋਵੇਗਾ ਅਤੇ ਉਸ ਦੀ ਕੀ ਪ੍ਰਣਾਲੀ ਹੋਏਗੀ, ਜਾਂ ਕਹਿ ਲਵੋ ਕਿ ਉਸ ਦਾ ਗੁਣਾਤਮਕ ਤੇ ਗੁਣਾਕਣ ਸੁਭਾਅ ਕੀ ਹੋਵੇਗਾ। ਸੰਪੂਰਨ ਵਿਆਖਿਆ ਨੂੰ ਸਮਝਣ ਲਈ ਖਾਲਸੇ ਦੇ ਸਮੁੱਚੇ ਪਸਾਰੇ ਨੂੰ ਸਮਝਣਾ ਆਵਸ਼ਕ ਹੈ। ਇਸ ਪਸਾਰੇ ਦਾ ਆਰੰਭ ਸਿੱਖੀ ਤੋਂ ਹੁੰਦਾ ਹੈ। ਅਕਾਲ ਦੇ ਹੁਕਮ ਨੂੰ ਰਜ਼ਾ ਦੀ ਸਹਿਜਤਾ ਨਾਲ ਜੋ ਆਪਣੇ ਨਿੱਤ ਦੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਉਹ ਸਿੱਖ ਹੈ। ਗੁਰਬਾਣੀ ਦਾ ਇਹੋ ਸਾਰ ਹੈ। ਅਜਿਹੇ ਸਿੱਖ ਦੇ ਜੀਵਨ ਜਾਚ ਵਿੱਚੋਂ ਸੁੱਤੇ ਸਿੱਧ ਅਤੇ ਆਪ ਮੁਹਾਰੇ ਹੀ ਮਹਿਕਦੀ ਗੁਰਮਤ ਹੀ ਸਿੱਖੀ ਹੈ। ਇੰਜ ਜਿਸ ਸਿੱਖ ਨੇ ਅਕਾਲ ਦੇ ਹੁਕਮ ਨੂੰ ਰਜ਼ਾ ਦੀ ਸਹਿਜਤਾ ਨਾਲ ਆਪਣੇ ਨਿੱਤ ਦੇ ਜੀਵਨ ਵਿੱਚ ਧਾਰਨ ਕਰਕੇ ਗੁਰਮਤ ਪ੍ਰਥਾਏ ਆਪਣੇ ਜੀਵਨ ਨੂੰ ਸਮਰਪਿਤ ਕਰ ਦਿੱਤਾ ਹੈ, ਪ੍ਰਤੇਕ ਖੇਤਰ ਅਤੇ ਪੱਖ ਵਿੱਚ ਬ੍ਰਹਿਮੰਡ ਵਿੱਚ ਅਕਾਲ ਦੀ ਸੱਤਾ ਦੀ ਬਹਾਲੀ ਕਰਨ ਹਿੱਤ ਆਪਣਾ ਆਪ ਗੁਰੂ ਨੂੰ ਅਰਪਣ ਕਰ ਦਿੱਤਾ ਹੈ, ਉਹ ਸਿੰਘ ਹੈ। ਇਸ ਸਿੰਘ ਦੀ ਸਮੂਹਕ ਪਹਿਚਾਣ ਖਾਲਸਾ ਹੈ। ਗੁਰਮਤ ਦੀ ਭਰਪੂਰ ਸੰਪੰਨ ਰਾਜ ਸੱਤਾ ਤੇ ਪ੍ਰਣਾਲੀ ਦੀ ਬਹਾਲੀ, ਅਗਵਾਈ, ਰੱਖਿਆ ਅਤੇ ਨਿਗਰਾਨੀ ਦਾ ਉਹ ਆਦਿ ਸਰੋਤ ਦਾ ਸੰਗ ਜਿਸ ਦੇ ਬ੍ਰਹਿਮੰਡ ਵਿੱਚ ਅਕਾਲ ਦੀ
ਸੰਪ੍ਰਭੂ ਸੱਤਾ ਦੀ ਬਹਾਲੀ ਦੀ ਗੁਰਿਆਈ ਦੀ ਜੁਗਤ ਦੀ ਜ਼ਿੰਮੇਵਾਰੀ ਆਇਦ ਕੀਤੀ ਗਈ ਹੈ, ਉਹ ਪੰਥ ਹੈ। ਇਸੇ ਪੰਥ ਨੇ ਹੀ ਆਪਣੇ ਆਪ ਵਿੱਚ ਵਿਆਪਤ ਗੁਰਿਆਈ ਦੀ ਰੂਹ ਨਾਲ ਗੁਰੂ ਗ੍ਰੰਥ ਦੀ ਜੋਤ ਨੂੰ ਆਪਣੀ ਜੁਗਤ ਨਾਲ ਬ੍ਰਹਿਮੰਡ ਵਿੱਚ ਬਖੇਰਨਾ ਹੈ। ਖਾਲਸਾ ਪੰਥ ਦੀ ਇਸੇ ਸੰਗੀ ਸ਼ਕਤੀ ਅਤੇ ਨਿਸ਼ਚੇ ਦੇ ਵਰਤਾਰੇ ਦਾ ਹੀ ਨਾਮ ਪੰਥ ਹੈ, ਜੋ ਖਾਲਸੇ ਦੀ ਸੱਤਾ ਦੇ ਹੁਕਮ ਦੀ ਨਿਰਣਾਇਕ ਸਰਕਾਰ ਹੈ। ਜਿਵੇਂ ਅਸੀਂ ਸਮਝ ਆਏ ਹਾਂ ਕਿ ਪੰਥ ਕਿਸੇ ਵੀ ਦੇਸ਼ ਕਾਲ ਦੀ ਹੱਦ ਦਾ ਬੱਝਾ ਨਹੀਂ ਹੈ, ਇਸ ਦਾ ਪਸਾਰਾ ਬ੍ਰਹਿਮੰਡੀ ਹੈ। ਇਹ ਅਕਾਲ ਦੇ ਹੁਕਮ ਦਾ ਬੱਝਾ ਹੈ। ਪੰਥ ਨਿਰਭਉ ਅਤੇ ਨਿਰਵੈਰ ਹੈ। ਇਸ ਦਾ ਨਿਸ਼ਚਾ ਸਰਬੱਤ ਦਾ ਭਲਾ ਹੈ। ਇਸ ਦਾ ਨਿਸ਼ਾਨਾ ਨਾਨਕ ਨਾਮ ਚੜ੍ਹਦੀ ਕਲਾ ਵਿੱਚ ਹੈ। ਇਸ ਦਾ ਆਸ਼ਾ ਖਾਲਸੇ ਦੀ ਖਾਲਸਤਾਈ ਰਾਜ ਪ੍ਰਣਾਲੀ ਦੀ ਸਰਬਪੱਖੀ ਵਿਆਪਕਤਾ ਦੇ ਅਮਲੀ ਵਰਤਾਰੇ ਵਿੱਚ ਹੈ, ਜਿਸ ਦਾ ਨਿਸ਼ਚਾ ਭੈ ਕਾਹੂ ਕੋ ਦੇਤ ਨਹਿ ਨੈ ਪੈ ਮਾਨਤ ਆਨ ਗੁਰੂ ਗ੍ਰੰਥ ਸਾਹਿਬ ਅੰਕ 1427 ਤੇ ਹੈ, ਜੋ ਰਾਜ ਲਈ ਸ਼ਸਤਰਧਾਰੀ ਨਹੀਂ ਸਗੋਂ ਕਾਦਰ ਦੀ ਕੁਦਰਤ ਦੇ ਕਾਨੂੰਨ ਦੇ ਨਿਜ਼ਾਮ ਲਈ ਅਕਾਲ ਪ੍ਰਥਾਏ ਰਾਜ ਤੇ ਸ਼ਸਤਰਧਾਰੀ ਅਗਵਾਈ ਦਾ ਕੁੰਡਾ ਹੈ। ਇਸ ਸੰਪੂਰਨ ਸਿਆਸੀ ਵਿਚਾਰਧਾਰਾ ਦੀ ਆਤਮਾ ਤੱਕ ਪਹੁੰਚਣ ਲਈ ਇਹ ਲਾਜ਼ਮੀ ਹੈ ਕਿ ਪਹਿਲਾਂ ਇਹ ਸਮਝ ਲਿਆ ਜਾਵੇ ਕਿ ਇਹ ਕੋਈ ਰੂੜੀਵਾਦੀ ਜਾਂ ਕੱਟੜਪੰਥੀਆਂ ਦੀ ਸਿਆਸੀ ਵਿਆਖਿਆ ਦੇ ਦੇਸ਼-ਕਾਲ ਦੀ ਜਾਂ ਕਿਸੇ ਰਾਸ਼ਟਰ ਨੂੰ ਧਾਰਮਿਕ ਰੂੜੀਵਾਦਤਾ ਵਿੱਚ ਜਾਂ ਕੱਟੜਪੰਥੀ ਬਣਾਉਣ ਵਾਲੀ ਰਾਜਨੀਤਿਕ ਪ੍ਰਣਾਲੀ ਦੀ ਬੁਨਿਆਦ ਨਹੀਂ ਹੈ। ਅਸਲੋਂ ਰਾਜ ਕਰੇਗਾ ਖਾਲਸਾ ਨਾਲ ਕੱਟੜਪੰਥੀ ਅਤੇ ਰੂੜੀਵਾਦੀ ਸਮੁਦਾਇ ਦਾ ਹਮੇਸ਼ਾ ਲਈ ਸਰਬਨਾਸ਼ ਹੁੰਦਾ ਹੈ। ਤਰਾਸਦੀ ਇਹ ਹੈ ਕਿ ਜਦ ਭਾਰਤ ਵਿੱਚ ਹਿੰਦੂਤਵ ਪ੍ਰਭਾਵੀ ਸਮਾਜ ਵਿੱਚ ਇਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਸਮਾਜ ਆਪਣੀਆਂ ਪਹਿਲਾਂ ਤੋਂ ਪਕਿਆਈਆਂ ਗਲਤ ਧਾਰਨਾਵਾਂ ਨੂੰ ਛੱਡ ਨਹੀਂ ਪਾਉਂਦਾ ਹੈ। ਵਿਸ਼ਵ ਵਿਆਪੀ ਹਿੰਦੂਤਵਵਾਦੀ ਭਾਰਤੀ ਸਮਾਜ ਭਾਰਤ ਸਮੇਤ ਹਰ ਧਰਤੀ ਦੇ ਟੁਕੜੇ ਤੇ ਖਾਲਸੇ ਨੂੰ ਜਿੱਥੇ ਵੀ ਅਤੇ ਜਦੋਂ ਵੀ ਵੇਖਦਾ ਹੈ ਤਾਂ ਉਸ ਦਾ ਇਹ ਅੰਦਰਲਾ ਆਪਣਾ ਹੀ ਖੜਾ ਕੀਤਾ ਕਲਪਿਤ ਭੂਤ ਉਸ ਨੂੰ ਡਰਾਉਣ ਲੱਗ ਜਾਂਦਾ ਹੈ। ਉਹ ਪੱਕ ਚੁੱਕੀ ਆਪਣੀ ਇਸ ਬਿਮਾਰ ਮਾਨਸਿਕਤਾ ਦੇ ਬੁਖਾਰ ਵਿੱਚ ਬੁੜਬੜਾਉਣ ਲੱਗ ਜਾਂਦਾ ਹੈ। ਸਿੱਖ ਤਾਂ ਖਾਲਿਸਤਾਨੀ, ਅੱਤਵਾਦੀ, ਵੱਖਵਾਦੀ ਹੁੰਦੇ ਹਨ, ਜਿਸ ਕਰਕੇ ਉਹ ਆਪਣੇ ਹੀ ਖੜੇ ਕੀਤੇ ਅਜਿਹੇ ਭੂਤ ਦੇ ਖੌਫ ਦੇ ਪਰਛਾਵੇਂ ਵਿੱਚ ਹੀ ਵਿਚਰਦਾ ਰਹਿੰਦਾ ਹੈ, ਜੋ ਕਿ ਉਸ ਨੂੰ ਆਪਣੇ ਲਾਹੇ ਵਿੱਚ ਦਿਖਦਾ ਹੈ। ਜਦ ਇਸੇ ਸਮਾਜ ਅਤੇ ਇਸ ਦੇ ਲੀਡਰਾਂ ਨੂੰ ਕਹੋ ਕਿ ਅਗਰ ਇਹ ਅੱਤਵਾਦੀ, ਵੱਖਵਾਦੀ ਹੀ ਹਨ ਤਾਂ ਫਿਰ ਤੁਸੀਂ ਇਹਨਾਂ ਨੂੰ ਅੱਡ ਕਿਉਂ ਨਹੀਂ ਕਰ ਦਿੰਦੇ, ਤਾਂ ਫਿਰ ਇਹੋ ਸਮਾਜ ਯਕਦਮ ਪੈਂਤੜਾ ਬਦਲ ਕੇ ਕਹਿਣ ਲੱਗ ਜਾਂਦਾ ਹੈ ਕਿ ਇਹ ਤਾਂ ਹਿੰਦੂ ਹੀ ਹਨ। ਅਜਿਹੀ ਸੋਚ ਇੱਕ ਅਜਿਹੇ ਕਿਰਦਾਰ ਨੂੰ ਜਨਮ ਦੇ ਚੁੱਕੀ ਹੈ ਜੋ ਕਿ ਡੈਣ ਬਣ ਆਪਣੇ ਹੀ ਦੇਸ਼ ਵਿੱਚ ਧਰਤੀ ਦੀ ਅਸਲ ਮਾਲਕ ਨਸਲ ਨੂੰ, ਜਵਾਨ ਹੋ ਚੁੱਕੇ ਮਾਨਵੀ ਕਲਿਆਣਕਾਰੀ ਮਨੁੱਖ ਨੂੰ, ਉਸ ਦੀ ਸੱਭਿਅਤਾ ਨੂੰ, ਰਾਜ ਦੇ ਸਿਧਾਂਤ ਅਤੇ ਮੌਲਿਕ ਰਾਜ ਪ੍ਰਣਾਲੀ ਨੂੰ ਅਤੇ ਇਸ ਦੇ ਵਿਕਾਸ ਨੂੰ ਖਾ ਜਾਣ ਦੀ ਅਸਫਲ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ। ਜਦ ਕਿ ਅੱਜ ਤੱਕ ਇਹੋ ਬਹੁਤ ਸੰਖਿਅਕ ਸਮਾਜ ਵਿਦੇਸ਼ੀ ਰਾਜ ਪ੍ਰਣਾਲੀਆਂ ਦੀ ਗੁਲਾਮੀ ਨੂੰ ਮਾਣਮੱਤੀ ਸੰਨ 47 ਦੀ ਆਜ਼ਾਦੀ ਕਹਿ ਕੇ ਗੁਲਾਮੀ ਹੰਢਾਈ ਜਾਂਦੀ ਹੈ। ਹਿੰਦੂਤਵਵਾਦੀ ਸਮਾਜ ਦੀ ਇਹੋ ਗੁਲਾਮੀ ਹੀ ਇਸ ਦੀ ਮਾਨਸਿਕਤਾ ਵਿਚਲੀ ਢਾਊ ਸੋਚ ਮੂਲ ਸਮੱਸਿਆ ਹੈ, ਜਿਸ ਕਰਕੇ ਇਹ ਪੰਜਾਬ ਵਿੱਚ ਲਗਾਤਾਰ ਅੱਗ ਲਾਈ ਰੱਖਦੀ ਹੈ ਤੇ ਸਿੱਖਾਂ ਦੇ ਵਿਕਾਸ ਨੂੰ ਰੋਕਣ ਦਾ ਹਰ ਹਰਬਾ ਵਰਤਦੀ ਹੈ। ਖਾਲਸੇ ਦੀ ਖਾਲਸਤਾਈ ਚਿੱਤ ਅੰਦਰਲੀ ਸੁਰਤ ਦੀ ਇਹ ਖੰਡੇ ਦੀ ਪਹੁਲ ਦੀ ਹੀ ਸ਼ਕਤੀ ਹੈ, ਜਿਹੜਾ ਉਸ ਨੂੰ ਆਪਣੀ ਵਿਲੱਖਣਤਾ ਨੂੰ ਬਚਾਉਂਦੇ ਹੋਏ ਇਸ ਡੈਣ ਵਰਤਾਰੇ ਤੋਂ ਬਚਾਈ ਰੱਖਦੀ ਹੈ। ਮਨੁੱਖ ਦੀਆਂ ਰਾਜ ਪ੍ਰਣਾਲੀ ਤੋਂ ਕੁਝ ਆਦ ਚਾਹਤਾਂ ਹਨ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਚਾਹਤ ਮਨੁੱਖ ਦੀ ਮਨੁੱਖੀ ਕੋਮਲਤਾ, ਕੁਦਰਤੀ ਵਾਤਾਵਰਣ ਦੀ ਆਦ ਸਵੱਛਤਾ, ਮਾਨਵ ਕਲਿਆਣਕਾਰੀ, ਸਰਬਪੱਖੀ ਸਮਾਜਿਕ ਵਿਵਸਥਾ ਅਤੇ ਮਾਨਵੀ ਸੰਪ੍ਰਭੂਤਾ ਸਾਵਰੇਨਿਟੀ ਦੀ ਸੱਤਾ ਨੂੰ ਕਾਇਮ ਕਰਨਾ ਹੀ ਰਿਹਾ ਹੈ। ਜੈਨ ਮਤ ਵੀ ਇਸੇ ਚਾਹਤ ਨਾਲ ਵਿਕਸਿਤ ਹੋਇਆ ਤੇ ਫਿਰ ਉਸ ਹਿੰਦੂਤਵ ਦੀ, ਜਿਸ ਦੀ ਕਿ ਆਪਣੀ ਕੋਈ ਸਿਧਾਂਤਕ ਅਤੇ ਉਹਨਾਂ ਦੇ ਹੀ ਧਾਰਮਿਕ ਗ੍ਰੰਥਾਂ ਪੁਰਾਣ ਵੈਦਾਂ ਵਿੱਚ ਆਪਣੀ ਬਤੌਰ ਹਿੰਦੂਤਵ ਦੀ ਕੋਈ ਹੋਂਦ ਹੀ ਨਹੀਂ ਹੈ, ਉਸ ਅਣਹੋਂਦੀ ਅਤੇ ਮਨ ਕਲਪਿਤ ਹਿੰਦੂਤਵ ਦੀ ਭੁੱਖ ਦਾ ਸ਼ਿਕਾਰ ਹੋ ਕੇ ਉਸ ਦੀ ਥਾਲੀ ਦਾ ਭੋਜਨ ਬਣ ਕੇ ਰਹਿ ਗਿਆ। ਬੁੱਧ ਮਤ ਦਾ ਵੀ ਇਹੋ ਹਸ਼ਰ ਅਸੀਂ ਸਭ ਨੇ ਆਪਣੇ ਸਾਹਮਣੇ ਤੱਕਿਆ ਹੈ। ਭਾਰਤ ਵਿੱਚ ਪੈਦਾ ਹੋਇਆ ਬੁੱਧ ਮਤ ਭਾਰਤ ਤੋਂ ਇਹਨਾਂ ਹੀ ਜਨੂਨੀ ਕੱਟੜਪੰਥੀ ਹਿੰਦੂਤਵਾਵਾਦੀ ਏਕਾ ਕੇਂਦਰਿਤ ਨਿਰੰਕੁਸ਼ਤਾ ਧਾਰੀ ਤਾਕਤਾਂ ਨੇ ਖਤਮ ਕਰ ਦਿੱਤਾ, ਪਰ ਵਿਸ਼ਵ ਵਿੱਚ ਕਈ ਦੇਸ਼ਾਂ ਵਿੱਚ ਅੱਜ ਵੀ ਬੁੱਧ ਮਤ ਰਾਜ ਧਰਮ ਦੇ ਤੌਰ ਤੇ ਜੀਵਤ ਹੈ। ਮਾਨਵ ਨੇ ਆਪਣੇ ਵਿਕਾਸ ਦੇ ਅਨੁਭਵ ਤੋਂ ਬੜੀ ਸ਼ਿੱਦਤ ਨਾਲ ਇਹ ਮਹਿਸੂਸ ਕੀਤਾ ਕਿ ਅੰਤਰ ਆਤਮਾ ਦੀ ਚੇਤਨ ਹੋਂਦ ਲਈ ਮਨੁੱਖ ਨੂੰ ਸਰਵੋਪਰੀ ਮੰਨ ਕੇ ਮਨੁੱਖਤਾ ਨੂੰ ਹਰ ਪੱਧਰ ਤੇ ਅਤੇ ਹਰ ਸੰਸਥਾ ਤੇ ਸਰਬ ਸਾਂਝੀ ਕਲਿਆਣਕਾਰੀ ਅਜਿਹੀ ਪ੍ਰਣਾਲੀ ਸਥਾਪਿਤ ਕਰਨਾ ਹੀ
ਸੁਚੱਜਾ ਰਾਜ ਪ੍ਰਬੰਧ ਹੋ ਸਕਦਾ ਹੈ ਜੋ ਸਭ ਨੂੰ ਇੱਕ ਸਮਾਨ ਅਧਿਕਾਰ ਸੰਪੰਨ ਮੰਨ ਇਹਨਾਂ ਅਧਿਕਾਰਾਂ ਨੂੰ ਉਹਨਾਂ ਤੱਕ ਪਹੁੰਚਾਉਂਦੀ ਵੀ ਹੋਵੇ। ਮਨੁੱਖੀ ਲੋੜਾਂ ਦੀ ਸਰਬਪੱਖੀ ਪੂਰਤੀ ਕਰਨਾ ਅਤੇ ਵਿਵਸਥਾ ਦੇ ਬੰਦੋਬਸਤ ਹਿੱਤ ਸੁੱਚਾ ਪ੍ਰਬੰਧਕੀ ਨਿਜ਼ਾਮ ਦੇਣਾ ਹੀ ਰਾਜਨੀਤੀ ਦਾ ਮਾਨਵ ਕਲਿਆਣਕਾਰੀ ਸਰਬ ਸਾਂਝੀਵਾਲਤਾ ਦਾ ਸਰਬੱਤ ਦੇ ਭਲੇ ਲਈ ਰਾਸ਼ਟਰੀ ਸੰਕਲਪ ਹੋ ਸਕਦਾ ਹੈ। ਅਜਿਹੇ ਸੰਕਲਪ ਨੂੰ ਸ੍ਰਿਸ਼ਟੀ ਤੇ ਖਾਲਸਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਉਸ ਵਕਤ ਪ੍ਰਗਟ ਕਰਦਾ ਹੈ ਜਦੋਂ ਧਰਤੀ ਨਿਰੰਕੁਸ਼ ਤਾਨਾਸ਼ਾਹੀ ਵਿੱਚ ਇੱਕ ਦੂਜੇ ਸਮੁਦਾਇ ਦੀ ਖੂਨ ਦੀ ਤਿਹਾਈ ਮਾਨਵ ਮਾਸਖੋਰੀ ਬਣੀ। ਤਲਵਾਰ ਦੀ ਤਾਕਤ ਨਾਲ ਹਾਸਲ ਫਤਿਹ ਨੂੰ ਮਾਤਮੀ ਜਲੂਸ ਦੀ ਕਾਮਯਾਬੀ ਵਿੱਚ ਬਦਲ ਕੇ ਆਪਣੀ ਮਰਦਾਨਗੀ ਦਰਸਾਉਂਦਾ ਹੋਇਆ ਸਭ ਨੂੰ ਗੁਲਾਮ ਬਣਾਉਣ ਤੇ ਆਤੁਰ ਸੀ। ਇੱਥੇ ਲਾਜ਼ਮੀ ਹੈ ਕਿ ਬੁਨਿਆਦੀ ਅਤੇ ਮੂਲ ਫਰਕ ਨੂੰ ਸਮਝ ਕੇ ਅੱਗੇ ਤੁਰਿਆ ਜਾਵੇ। ਆਧੁਨਿਕ ਰਾਜ ਦਾ ਸੰਕਲਪ ਜੋ ਕਿ ਦੇਸ਼ਾਂ ਦੀ ਭੂਗੋਲਿਕ ਹੱਦਬੰਦੀ ਵਿੱਚ ਮਨੁੱਖ ਨੂੰ ਸਿਰਫ ਆਪੋ ਆਪਣਾ ਗੁਲਾਮ ਨਾਗਰਿਕ ਬਣਾਈ ਰੱਖਣ ਦੀ ਸੰਵਿਧਾਨਕ ਸ਼ਸਤਰ ਦੀ ਬਾਲਾਦਸਤੀ ਵਾਲੀ ਫੌਜੀ ਤਾਕਤ ਬਣ ਕੇ ਰਹਿ ਗਿਆ ਹੈ ਅਤੇ ਇਸੇ ਬਾਲਾਦਸਤੀ ਨੂੰ ਆਪਣੇ ਨਾਗਰਿਕ ਕਹਿ ਕੇ ਮਨੁੱਖ ਨੂੰ ਜਬਰੀ ਗੁਲਾਮ ਬਣਾਈ ਰੱਖਣ ਦੀ ਆਧੁਨਿਕ ਰਾਜਨੀਤਿਕ ਕਾਢ ਕੱਢ ਕੇ ਸੰਵਿਧਾਨ ਕਾਨੂੰਨ ਦੇ ਤੰਤਰ ਦੀ ਦੁਹਾਈ ਪਾ ਕੇ ਲੋਕਤੰਤਰ ਦੇ ਗੁੰਡਾ ਤੰਤਰ ਜਾਂ ਸ਼ਰਾਬ ਕਬਾਬ ਪੈਸੇ ਨਾਲ ਖਰੀਦੇ ਸੰਦ ਵੋਟ ਰਾਹੀਂ ਸ਼ਾਂਤੀ ਦੇ ਨਾਮ ਤੇ ਮਾਨਵਤਾ ਨੂੰ ਆਪਣੇ ਨਾਗਰਿਕ ਦੇ ਨਾਮ ਤੇ ਨਵ ਪੈਦਾਇਸ਼ੀ ਵੰਡੀ ਵਾਲੇ ਵਰਗੀਕਰਨ ਰਾਹੀਂ ਗੁਲਾਮ ਬਣਾਉਣ ਦੀ ਆਧੁਨਿਕ ਕਾਢ ਰਾਹੀਂ ਕੰਮ ਤੇ ਪਰੰਪਰਾ ਉਹੀ ਪਥਰਾਟ ਯੁੱਗੀ ਆਦਮਕਾਲੀ ਹੀ ਸਥਾਪਿਕਤਾ ਤੇ ਕਾਬਜ਼ ਕਰਾਈ ਰੱਖ ਰਿਹਾ ਹੈ, ਜਿਸ ਪਾਸ ਮਾਨਵੀ ਕਲਿਆਣ ਅਤੇ ਵਿਕਾਸ ਦੀ ਦ੍ਰਿਸ਼ਟੀ ਦਾ ਬੜਾ ਹੀ ਸੰਕੀਰਨ ਸੰਕਲਪ ਅਤੇ ਰੋਲ ਮਾਡਲ ਸਿਰਫ ਆਪਣੇ ਨਾਗਰਿਕਾਂ ਮਾਤਰ ਲਈ ਹੀ ਸੋਚਣਾ ਤੇ ਫਿਕਰਮੰਦ ਰਹਿਣਾ ਨਿਰਧਾਰਿਤ ਕਰ ਦਿੱਤਾ ਗਿਆ ਹੈ। ਬ੍ਰਹਿਮੰਡੀ ਪਸਾਰੇ ਦੀ ਅਜਿਹੀ ਚੇਤਨਾ ਨਾਲ ਮਨੁੱਖਤਾ ਨੂੰ ਅਚੇਤਨ ਤੌਰ ਤੇ ਨਾਗਰਿਕ ਦੀ ਕੈਦਗਾਹ ਦੇ ਚੱਕਾ ਚੌਂਦੀ ਸੁਨਹਿਰੇ ਰਾਜ ਪ੍ਰਬੰਧ ਦੇ ਮਾਡਲ ਨੂੰ ਧਾਰਨ ਕਰਦਾ ਹੈ। ਇੰਜ ਇਹ ਫਿਰ ਮਨੁੱਖ ਨੂੰ ਮਨੁੱਖ ਦੇ ਦੁਸ਼ਮਣ ਬਣਾਉਣ ਦੀ ਪਿਰਤ ਨੂੰ ਸੁਧਰੇ ਰੂਪ ਵਿੱਚ ਅੱਗੇ ਤੋਰਦਾ ਹੈ। ਇੰਜ ਇਸ ਦੇ ਸੰਕਲਪ ਦਾ ਗਰਭ ਸਿਧਾਂਤ ਇਹ ਹੈ ਕਿ ਜੋ ਆਪਣੇ ਭੂਗੋਲਿਕ ਖਿੱਤੇ ਦੇ ਨਾਗਰਿਕ ਨਹੀਂ ਹਨ ਉਹਨਾਂ ਦਾ ਵਰਗੀਕਰਨ ਮਨੁੱਖਤਾ ਵਿੱਚ ਹੀ ਦੁਸ਼ਮਣਾਂ ਜਾਂ ਦੋਸਤਾਂ ਅਥਵਾ ਸਮਾਨ ਧਰਮੀ ਜਾਂ ਵਿਪਰੀਤ ਧਰਮੀ ਤੋਂ ਇਲਾਵਾ ਇੱਕ ਸਮਾਨ ਆਰਥਿਕ ਸਵਾਰਥਾਂ ਦੀ ਵਪਾਰੀ ਮੰਡੀ ਦੇ ਨਾਮ ਤੇ ਕੀਤਾ ਜਾਂਦਾ ਹੈ, ਜਿਸ ਲਈ ਨਿੱਤ ਨਵੇਂ ਲੁਭਾਵਣੇ ਸ਼ਬਦ ਘੜ ਕੇ ਸ਼ਬਦਕੋਸ਼ਾਂ ਦੀ ਸ਼ੋਭਾ ਬਣਾਏ ਜਾਂਦੇ ਹਨ। ਜਿਵੇਂ ਹੁਣ ਪ੍ਰਚਲਿਤ ਕੀਤੀ ਗਈ ਰੀਤ ਹੈ, ਵਿਸ਼ਵ ਮੰਡੀ ਦਾ ਸ਼ੋਸ਼ਣ ਕਰਨ ਹਿੱਤ ਵਪਾਰੀ ਸ਼ੋਸ਼ਣਕਾਰੀ ਲੋੜਾਂ ਦੀ ਪੂਰਤੀ ਲਈ ਸੰਸਾਰੀਕਰਨ ਦੀ ਆਧੁਨਿਕ ਸੋਚ ਅਜਿਹੇ ਦੇਸ਼ਕਾਲੀ ਹੱਦਬੰਦੀ ਵਿੱਚ ਕੈਦ ਸਵਾਰਥੀ ਸੰਪ੍ਰਭੂਤਾ ਦੇ ਸੰਕਲਪ ਨੂੰ ਖਾਲਸਾ ਰੱਦ ਕਰਦਾ ਹੈ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੰਸਾਰੀਕਰਨ ਦੇ ਸੰਕਲਪ ਦੇ ਅੰਦਰੂਨੀ ਪੱਖਾਂ ਵਿੱਚ ਵੀ ਮਨੁੱਖ ਦੀ ਸਵਾਰਥੀ ਪ੍ਰਣਾਲੀ ਦੇ ਸਵਾਰਥਾਂ ਦੀ ਪੂਰਤੀ ਦੀ ਹੀ ਲਾਲਸਾ ਨੂੰ ਨਵੀਆਂ ਭੌਤਿਕਵਾਦੀ ਲੋੜਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਹਿੱਤ ਸੰਪੂਰਨ ਖਾਲਸਾਈ ਕ੍ਰਾਂਤੀ ਨੂੰ ਰੋਕਣ ਲਈ ਸਭ ਨੂੰ ਖੁਸ਼ ਕਰਨ ਵਾਲੇ ਘੱਟੋ ਘੱਟ ਅਪਣਾਉਣ ਵਾਲੇ ਉਹਨਾਂ ਸੁਧਾਰਾਂ ਦੀ ਉਨੀ ਕੁ ਪ੍ਰਾਪਤੀ ਦੱਸ ਕੇ ਅਪਣਾ ਲਿਆ ਜਾਵੇ ਜਿੰਨੇ ਕੁ ਨਾਲ ਕ੍ਰਾਂਤੀ ਨੂੰ ਵਿਫਲ ਕੀਤਾ ਜਾ ਸਕੇ। ਹਰ ਕੋਈ ਰਾਜ ਲਈ ਰਾਜ ਤੋਂ ਆਪਣੇ ਨਿੱਜ ਵਾਸਤੇ ਖਾਸ ਰਿਆਇਤਾਂ ਇੱਜ਼ਤ ਅਤੇ ਅਹੁਦੇ ਦੀ ਆਸ ਨਾਲ ਮਨੁੱਖੀ ਗੁਲਾਮੀ ਨੂੰ ਹੋਰ ਪੀੜਿਆਂ ਕਰਨ ਦੀਆਂ ਹੀ ਵਿਉਂਤਨ ਵਿੱਚ ਲੱਗਾ ਹੈ। ਇੰਜ ਅਜਿਹੇ ਦੇਸ਼ਕਾਲੀ ਹੱਦਬੰਦੀ ਵਿੱਚ ਕੈਦ ਸੰਪ੍ਰਭੂਤਾ ਦੇ ਸੰਕਲਪ ਨੂੰ ਵੀ ਸੁਤੰਤਰ ਕਰਾਉਣ ਦਾ ਰਾਜਸੀ ਸਿਧਾਂਤ ਅਤੇ ਨੇਮ ਖਾਲਸੇ ਦਾ ਰਾਜ ਬਦਲ ਵਜੋਂ ਪੇਸ਼ ਕਰਦਾ ਹੈ। ਖਾਲਸੇ ਦੇ ਰਾਜ ਦਾ ਨਾਨਕਸ਼ਾਹੀ ਖਾਲਸਾਈ ਸੰਕਲਪ ਮਾਨਵਤਾ ਤੇ ਮਨੁੱਖਤਾ ਦੀ ਸੁਤੰਤਰਤਾ ਹੀ ਨਹੀਂ ਚਿਤਵਦਾ, ਸਗੋਂ ਇਹ ਤਾਂ ਅਕਾਸੀ ਤਾਰਮੰਡਲੀ ਜੀਵਤਾ ਦੀ ਇੱਕ ਅਕਾਲ ਹੋਂਦ ਦੀ ਸੁਤੰਤਰਤਾ ਨਮਿਤ ਹੱਦਬੰਦੀਆਂ ਤੋਂ ਮੁਕਤ ਵਿਵਸਥਾ ਵਿੱਚ ਅਕਾਲ ਨਮਿਤ ਸਭਿਅਤਾ ਦੇ ਅਕਾਲ ਪਸਾਰੇ ਦੀ ਦ੍ਰਿਸ਼ਟਮਾਨ ਹੋਂਦ ਨੂੰ ਅਕਾਲ ਕੁਦਰਤੀ ਨਿਯਮਾਂ ਦੇ ਅਨੁਸ਼ਾਸਨ ਵਿੱਚ ਨੇਮਬੱਧ ਕਰਕੇ ਇਸ ਤਾਰਾਮੰਡਲੀ ਹੋਂਦ ਦੇ ਹਰ ਇੱਕ ਸਾਧਨ ਨੂੰ ਸदैव ਕਾਇਮ ਰਹਿਣ ਵਾਲੀ ਵਿਕਾਸਾਤਮਕ ਨੈਸਰਗਿਕ ਰੱਬੀ ਵਰਸਾਇਆ ਕੁਦਰਤੀ ਕਾਨੂੰਨ ਅਮਲ ਵਿੱਚ ਲਿਆਉਣਾ ਚਿਤਵਦਾ ਹੈ, ਜੋ ਬ੍ਰਹਿਮੰਡ ਹੀ ਨਹੀਂ ਸਮੁੱਚੇ ਤਾਰਾ ਮੰਡਲ ਦੀ ਸੱਤਿਆ ਹੋਂਦ ਦਾ ਆਦ ਨਿਯਮ ਹੈ। ਇਹੋ ਸੱਚ ਹੈ। ਇੰਜ ਰਾਜ ਕਰੇਗਾ ਖਾਲਸਾ ਦੀ ਆਤਮਕ ਜੋਤ ਵਿੱਚੋਂ ਪੁੰਗਰਦੀ ਰਾਜ ਵਿਵਸਥਾ ਤੋਂ ਅਰਥ ਕਿਸੇ ਇੱਕ ਖਾਸ ਧਰਮ ਨੂੰ ਮੰਨਣ ਵਾਲਿਆਂ ਵਿੱਚੋਂ ਉਹਨਾਂ ਦੇ ਕੱਟੜਪੰਥੀ ਛਤਰ ਛਾਇਆ ਹੇਠ ਆਉਣਾ ਨਹੀਂ ਹੈ, ਸਗੋਂ ਇਹ ਤਾਂ ਇਹਨਾਂ ਧਰਮੀ ਕੱਟੜਪੰਥੀਆਂ ਤੋਂ ਮੁਕਤ ਹੋ ਕੇ ਮਨੁੱਖਤਾ ਲਈ ਸੁੱਚੀ ਰਾਜ ਵਿਵਸਥਾ ਨੂੰ
ਬ੍ਰਹਿਮੰਡੀ ਪੱਧਰ ਤੇ ਨਿਰਭੈ ਹੋ ਕੇ ਅਪਣਾਉਣਾ ਹੈ। ਸ੍ਰਿਸ਼ਟੀ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਮਨੁੱਖ ਆਪਣੀ ਸੁੱਚਤਾ ਦੀ ਬਹਾਲੀ ਲਈ ਆਪਣੇ ਵਿਸ਼ਵਾਸ ਵਿੱਚ ਵਿਚਰਦੇ ਹੋਏ ਹੀ ਇਸ ਖਾਲਸਤਾਈ ਪ੍ਰਬੰਧਕੀ ਪਸਾਰੇ ਦੇ ਸੁੱਚੇ ਨਿੱਘ ਨੂੰ ਮਾਣਦੇ ਹੋਏ ਆਪਣੇ ਭਵਿੱਖ ਨੂੰ ਕੁਦਰਤ ਨਾਲ ਇੱਕਮਿਕ ਕਰ ਨੈਸਰਗਿਕਤਾ ਦੇ ਸਿਧਾਂਤ ਵਿੱਚ ਨਿਰਧਾਰਿਤ ਕਰ ਉਸਾਰੂ ਬਣਾ ਸਕਦਾ ਹੈ। ਠੀਕ ਉਵੇਂ ਹੀ ਜਿਵੇਂ ਮਨੁੱਖ ਪੂੰਜੀਵਾਦੀ, ਸਮਾਜਵਾਦੀ, ਸਾਮਵਾਦੀ ਤਰੀਕੇਕਾਰ ਨਾਲ ਆਪਣੇ ਆਪ ਨੂੰ ਉੱਜਲ ਅਤੇ ਵਿਕਸਿਤ ਕਰਨ ਹਿੱਤ ਨਿਸਫਲ ਕੋਸ਼ਿਸ਼ਾਂ ਵਿੱਚ ਲੱਗਾ ਹੈ। ਰਾਜ ਦੇ ਇਸ ਖਾਲਸਤਾਈ ਫਲਸਫੇ ਤੋਂ ਮਨੁੱਖ ਨੂੰ ਹਾਂਦਰੂ ਅਤੇ ਉਸਾਰੂ ਪਹੁੰਚ ਦੀ ਵਿਹਾਰਕ ਕਾਰਜਵਿਧੀ ਵਾਲੀ ਕੁਦਰਤੀ ਵਿਕਾਸਵਾਨ ਖਾਲਸਤਾਨੀ ਪ੍ਰਣਾਲੀ ਹਾਸਲ ਹੁੰਦੀ ਹੈ, ਜਿਸ ਦੀ ਕਿ ਅੱਜ ਸ੍ਰਿਸ਼ਟੀ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਲੋੜ ਹੈ। ਰਾਜ ਕਰੇਗਾ ਖਾਲਸਾ ਦਾ ਸਮੁੱਚਾ ਭਾਵ ਅਰਥ ਇਹੋ ਹੈ: ਇੱਕ ਸਰਬ ਹਿਤਕਾਰੀ, ਸਰਬ ਕਲਿਆਣਕਾਰੀ, ਇੱਕ ਸਮਾਨ ਵਿਕਾਸ ਦੀ ਪਹੁੰਚ ਵਿੱਚ ਸਭ ਦੀ ਇਕੱਠੀ ਉੱਨਤੀ ਦੀ ਕਾਮਨਾ ਵਿੱਚ ਹੀ ਮਨੁੱਖ ਰਾਜ, ਸਮਾਜ, ਅਰਥ ਅਤੇ ਧਰਮ ਦਾ ਅਜਿਹਾ ਹੀ ਪ੍ਰਬੰਧ ਸ੍ਰਿਸ਼ਟੀ ਵਿੱਚ ਵਸਦੇ ਸਮੂਹਾਂ ਪ੍ਰਤੀ ਰੱਖਦਾ ਤੇ ਚਾਹੁੰਦਾ ਹੈ, ਜਿਸ ਵਿੱਚੋਂ ਹੀ ਅੰਤਰ ਰਾਸ਼ਟਰੀ ਸਮੁਦਾਇ ਅਤੇ ਭਰਾਤਰੀ ਭਾਵ ਨੇ ਜਨਮ ਲੈਣਾ ਹੈ, ਜਿਸ ਹਿੱਤ ਹੀ ਮਨੁੱਖਤਾ ਪ੍ਰਤੀ ਨਿਰਪੱਖ ਅਤੇ ਇੱਕਸਾਰ ਸੁੱਚੀ ਪ੍ਰਣਾਲੀ ਦੀ ਭਾਲ ਵਿੱਚ ਵਿਚਰਦਾ ਏਕ ਪਿਤਾ ਏਕਸ ਕੇ ਹੰਬਾਰਿਕ ਦੀ ਨਿਪੁੰਨਤਾ ਨੂੰ ਹਾਸਲ ਕਰਨ ਲਈ ਤੜਪ ਰਿਹਾ ਹੈ। ਇਹ ਦੌੜ ਉਸ ਦੀ ਮੰਜ਼ਿਲ ਤੱਕ ਤਦ ਹੀ ਅੱਪੜ ਸਕਦੀ ਹੈ ਜਦ ਮਨੁੱਖ ਨੂੰ ਕੋਈ ਅਜਿਹੀ ਜੀਵਨ ਜਾਚ ਦਾ ਫਲਸਫਾ ਮਿਲੇ ਜੋ ਸਮੁੱਚੀ ਸ੍ਰਿਸ਼ਟੀ ਨੂੰ ਇੱਕ ਜਾਏ ਦੇ ਭਰਾਤਰੀ ਭਾਵ ਵਿੱਚ ਇਕਸੁਰ ਕਰ ਇੱਕ ਦੂਜੇ ਲਈ ਤੋਰ ਸਕੇ। ਮਾਨਵਤਾ ਦੀ ਇਹ ਨਿਰਪੱਖ ਪਰੰਤੂ ਨਿਪੁੰਨ ਪਹਿਚਾਣ ਖਾਲਸਾਈ ਪ੍ਰਣਾਲੀ ਦੇ ਖਾਲਸਤਾਈ ਰੋਲ ਮਾਡਲ ਤੋਂ ਮਿਲਦੀ ਹੈ, ਜਿਸ ਦੇ ਰਾਜ ਦਾ ਵਰਤਾਰਾ ਸਾਨੂੰ ਪ੍ਰਤੀਬੱਧ ਕਰਦਾ ਹੈ। ਤੇਰੇ ਘਰ ਸਦਾ ਸਦਾ ਹੈ ਨਿਆਉ ਪ੍ਰਤੀ। ਇੰਜ ਸਿੱਖ ਸਿਧਾਂਤ ਗੁਰਮਤ ਆਧਾਰਿਤ ਖਾਲਿਸਤਾਨ ਰਾਜ ਦੇ ਸੰਕਲਪ ਤੋਂ ਮਨੁੱਖ ਦੀਆਂ ਪ੍ਰਮੁੱਖ ਲੋੜਾਂ ਉਸਦੇ ਆਪਣੇ ਸਮਾਜਿਕ ਅਤੇ ਰਾਜ ਪ੍ਰਬੰਧ, ਅਰਥ ਪ੍ਰਬੰਧ, ਨਿਆਂ ਪ੍ਰਬੰਧ, ਬੌਧਿਕ ਵਿਕਾਸ ਅਤੇ ਦੇਸ਼ ਕਾਲਾਂ ਵਿੱਚ ਆਪਸੀ ਅਤੇ ਹੋਰਾਂ ਨਾਲ ਉਸਦੇ ਸੰਬੰਧ, ਪ੍ਰਬੰਧਕੀ ਨਿਜ਼ਾਮ, ਰਾਜ ਦੀ ਅੰਦਰੂਨੀ ਬਣਤਰ, ਮਾਨਵੀ ਵਿਕਾਸ ਦੀ ਢਾਂਚਾਗਤ ਵਿਵਸਥਾ, ਇਸ ਨਾਲ ਬ੍ਰਹਿਮੰਡੀ ਕੁਦਰਤੀ ਇੱਕ ਸਮਾਨ ਚਲਾਏਮਾਨ ਅਤੇ ਸदैव ਕਾਇਮ ਰਹਿਣ ਵਾਲੇ ਭੌਤਿਕ ਵਿਕਾਸ ਨਾਲ ਇਕਸੁਰਤਾ ਬਣਾਉਣ ਦੀ ਚੇਤਨਤਾ ਦੀ ਅਕਾਲ ਦੇ ਇੱਕ ਮਾਨਵੀ ਟੱਬਰ ਦੇ ਇਕਾਈਆਂ ਰੂਪੀ ਪਹੁੰਚ ਦਾ ਢਾਂਚਾ ਵਿਕਸਿਤ ਕਰਦਾ ਹੈ। ਮਾਨਵ ਜਾਤੀ ਦੀ ਸਰਬਪੱਖੀ ਸੁਰੱਖਿਅਤ ਸੰਭਾਲ ਦੀ ਇੱਛਾ ਨੂੰ ਨਿੱਜ ਸਵਾਰਥੀ ਪ੍ਰਵਿਰਤੀ ਤੋਂ ਮੁਕਤ ਕਰਕੇ ਪਰਭਾਤੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨ ਭੂਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਠਾਈ। ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੇ ਸਭ ਮਹਿ ਸੱਚਾ ਏਕੋ ਸੋਈ ਤਿਸਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ। ਗੁਰੂ ਗ੍ਰੰਥ ਸਾਹਿਬ ਜੀ ਅੰਕ 1349-1350 ਵਾਲੀ ਸਰਬ ਕਲਿਆਣਕਾਰੀ ਜਮਾਤੀ ਅਤੇ ਬ੍ਰਹਿਮੰਡੀ ਸਵਾਰਥ ਦੀ ਪੂਰਤੀ ਵਾਲੀ ਪੁੱਜਦੀ ਇੱਛਾ ਅਤੇ ਪ੍ਰਬੰਧ ਦਾ ਪ੍ਰਬੰਧਕ ਬਣਾਉਣ ਲਈ ਹੀ ਖਾਲਸੇ ਦੀ ਸਿਰਜਣਾ ਵਿੱਚ ਸਿੰਘ ਪਦਵੀ ਧਾਰੀ ਜ਼ਿੰਮੇਵਾਰੀ ਪੂਰੀ ਕਰਨ ਵਾਲੇ ਲੀਡਰ ਸਮਾਜ ਦੀ ਸੱਭਿਅਤਾ ਨੂੰ ਵਿਕਸਿਤ ਕਰਦਾ ਹੈ। 17ਵੀਂ ਸਦੀ ਤੱਕ ਦਾ ਸਿੱਖ ਇਤਿਹਾਸ ਗੁਰੂ ਕਾਲ ਵਿੱਚ ਸਿੱਖ ਗੁਰੂ, ਗੁਰੂ ਸਿੱਖ ਹੈ ਤੋਂ ਲੈ ਕੇ ਗੁਰਚੇਲਾ ਦੀ ਪਰੰਪਰਾ ਤੇ ਅੱਪੜ ਕੇ ਗੁਰੂ ਪੰਥ ਗ੍ਰੰਥ ਵਿੱਚ ਆ ਕੇ ਸਮੋਹਿਤ ਹੋ ਜਾਂਦਾ ਹੈ। ਇਹ ਪਰੰਪਰਾ ਲੋਕਾਂ ਵਿੱਚ ਅਮਿੱਟ ਵਿਸ਼ਵਾਸ ਨੂੰ ਪ੍ਰਗਟਾਉਂਦੀ ਹੋਈ ਲੋਕ ਵਿਸ਼ਵਾਸ ਦੀ ਅਗਵਾਈ ਦੇ ਗੁਣਾਂ ਅਤੇ ਕੁਦਰਤ ਪੱਖੀ ਸਮਰਪਣ ਦੇ ਨਵੇਂ ਸਿਧਾਂਤ ਘੜਦੀ ਹੈ। ਇੰਜ ਸਿੱਖ ਖਾਲਸਾ ਸੱਜ ਜਾਂਦਾ ਹੈ। ਇਸ ਬਣੇ ਨਵੇਂ ਸਮਾਜ ਖਾਲਸਾ ਦੀ ਪ੍ਰਬੰਧਕੀ ਬਣਤਰ ਪ੍ਰਚਲਿਤ ਦੁਨਿਆਵੀ ਬਣਤਰਾਂ ਅਤੇ ਪ੍ਰਬੰਧ ਤੋਂ ਮੁੱਢੋਂ ਹੀ ਅੱਡਰੀ ਅਤੇ ਵਿਲੱਖਣ ਬਣ ਕੇ ਸਾਹਮਣੇ ਆਉਂਦੀ ਹੈ। ਇਸ ਦੇ ਸਰਬਪੱਖੀ ਸਮਾਜਿਕ ਨਿਜ਼ਾਮ ਵਿਚਲਾ ਕੇਂਦਰੀ ਧੁਰਾ ਸੰਪ੍ਰਭੂ ਅਰਥਾਤ ਰੱਬ ਵੱਲੋਂ ਹੀ ਸਰਬ ਸੱਤਾ ਧਾਰੀ ਮਨੁੱਖ ਦੀ ਸਿਰਜਣਾ ਨੂੰ ਆਪਣੇ ਨਾਗਰਿਕ ਵਜੋਂ ਨਹੀਂ ਸਗੋਂ ਮਨੁੱਖ ਦੀ ਸੁਤੰਤਰ ਸਿਰਜਣਾ ਨੂੰ ਸਹਿਭੰਗ ਪਦਵੀ ਧਾਰੀ ਅਕਾਲ ਦੇ ਨਾਗਰਿਕ ਵਜੋਂ ਸਵੀਕਾਰਦੇ ਹੋਏ ਇਸ ਦੀ ਮੂਲ ਰੂਪ ਵਿੱਚ ਰੱਖਿਅਕ ਪ੍ਰਣਾਲੀ ਨੂੰ ਵਿਕਸਿਤ ਕਰਨਾ ਹੈ। ਇਸੇ ਲਈ ਹੀ ਜੁਗਤ ਅਰਥਾਤ ਸਰੀਰ ਰੂਪ ਵਿੱਚ
ਖਾਲਸਾ ਪੰਥ ਗੁਰੂ ਦੀ ਪਦਵੀ ਨੂੰ ਹਾਸਲ ਕਰਦਾ ਹੈ। ਇਸ ਦੀ ਜੋਤ ਗ੍ਰੰਥ ਵਿੱਚ ਵਿਆਪਤ ਹੈ, ਜਿਸ ਦਾ ਸਪਸ਼ਟ ਅਰਥ ਹੈ ਕਿ ਇਸ ਪਾਸ ਅਕਾਲ ਦੀ ਹੋਂਦ ਦੀ ਵਿਆਪਕਤਾ ਦੀ ਅੰਤਮ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਿਦਮਾਨ ਹੈ, ਜਿਸ ਤੋਂ ਅਗਵਾਈ ਲੈ ਕੇ ਖਾਲਸੇ ਨੇ ਆਪਣੇ ਸਮੇਤ ਮਨੁੱਖ ਦੀ ਜੀਵਨ ਪਦਵੀ ਦੇ ਵਿਕਾਸ ਨੂੰ ਨਿਰਧਾਰਿਤ ਕਰਨਾ ਹੈ। ਜੀਵਨ ਪਦਵੀ ਦੇ ਇਸ ਵਿਕਾਸ ਹਿੱਤ ਲੋੜੀਂਦੇ ਸਾਧਨ ਅਤੇ ਸਿਧਾਂਤ ਬ੍ਰਹਿਮੰਡੀ ਕਲਿਆਣਕਾਰੀ ਅਕਾਲ ਹੁਕਮ ਦੀ ਰਜ਼ਾ ਵਿੱਚ ਰਹਿ ਕੇ ਕੁਦਰਤ ਦੇ ਨਿਜ਼ਾਮ ਵਿੱਚ ਦਖਲ ਦਿੱਤੇ ਬਿਨਾਂ ਅਤੇ ਇਸ ਨਾਲ ਛੇੜਛਾੜ ਕੀਤੇ ਬਿਨਾਂ ਲੋਕ ਭਲਾਈ ਲਈ ਇਸ ਨੇ ਪ੍ਰਬੰਧਕੀ ਪ੍ਰਣਾਲੀ ਦੇ ਵਿਕਾਸ ਹਿੱਤ ਖੁਦ ਨਿਰਧਾਰਿਤ ਅਤੇ ਵਿਕਸਿਤ ਕਰਨੇ ਹਨ। ਇਸ ਦਾ ਸਰੋਤ ਵੀ ਗੁਰਮਤ ਹੈ ਅਤੇ ਅਗਵਾਈ ਵੀ ਗੁਰਮਤ ਤੋਂ ਹੀ ਲੈਣੀ ਹੈ, ਜਿਨ੍ਹਾਂ ਦਾ ਅੰਤਮ ਨਿਰਧਾਰਨ ਪੰਥ ਨੇ ਆਪਣੇ ਹੁਕਮ ਦੇ ਵਰਤਾਰੇ ਰਾਹੀਂ ਕਰਨਾ ਹੈ। ਜਿਸ ਪਾਸ ਵੀ ਗੁਰੂ ਗ੍ਰੰਥ ਸਾਹਿਬ ਤੋਂ ਅਤੇ ਕੁਦਰਤ ਤੋਂ ਬਾਗੀ ਹੋ ਕੇ ਸੁਤੰਤਰ ਮਾਨਵੀ ਵਿਕਾਸ ਦੇ ਵਿਰਸੇ ਅਤੇ ਸਰਮਾਏ ਨੂੰ ਚਿਤਵਨ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਸਮੁੱਚੀ ਸ੍ਰਿਸ਼ਟੀ ਦੀ ਰਚਨਾ ਦਾ ਸਾਰ ਤਿਲੰਗ ਮਹੱਲਾ 5ਵਾਂ ਘਰ 3 ਕਰਤੇ ਕੁਦਰਤੀ ਮਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ। ਗੁਰੂ ਗ੍ਰੰਥ ਸਾਹਿਬ ਜੀ ਅੰਕ 724 ਵਿੱਚ ਹੀ ਨਿਰਧਾਰਿਤ ਹੈ। ਬਸੰਤ ਮਹੱਲਾ 1 ਆਪੇ ਕੁਦਰਤ ਕਰੇ ਸਾਜ ਸੱਚ ਆਪ ਨਿਬੇੜੇ ਰਾਜ ਰਾਜ ਗੁਰਮਤ ਉੱਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਤ। ਗੁਰੂ ਗ੍ਰੰਥ ਸਾਹਿਬ ਜੀ ਅੰਕ 1170। ਸ਼ਲੋਕ ਮਹੱਲਾ 1 ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਗੁਰੂ ਗ੍ਰੰਥ ਸਾਹਿਬ ਜੀ ਅੰਕ 83-84 ਪੌੜੀ ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ ਕਰ ਆਸਣ ਡਿਠੋ ਚਾਓ। ਗੁਰੂ ਗ੍ਰੰਥ ਸਾਹਿਬ ਜੀ ਅੰਕ 463। ਖਾਲਿਸਤਾਨ ਦੀ ਵਿਹਾਰਕ ਰਾਜ ਪ੍ਰਣਾਲੀ ਦਾ ਸਿਧਾਂਤ ਕੁਦਰਤ ਵਿੱਚ ਸਮੋਹਿਤ ਹੈ। ਇਹ ਕੁਦਰਤ ਲਈ, ਕੁਦਰਤ ਵਾਸਤੇ, ਕੁਦਰਤ ਰਾਹੀਂ ਦੀ ਰਾਜ ਪ੍ਰਣਾਲੀ ਦਾ ਮੁੱਢ ਬੰਨਣਾ ਹੈ। ਮਹੱਲਾ 1 ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਗੁਰੂ ਗ੍ਰੰਥ ਸਾਹਿਬ ਜੀ ਅੰਕ 464। ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ। ਗੁਰੂ ਗ੍ਰੰਥ ਸਾਹਿਬ ਜੀ ਅੰਕ 580 ਦੇ ਸਿਧਾਂਤਕ ਅਮਲ ਦੇ ਨਿਸ਼ਚੇ ਦੇ ਸੰਕਲਪੀ ਰਾਜ ਦਾ ਮਨੋਰਥ ਹੀ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀਜਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅੰਕ 1074 ਵਿੱਚ ਹੈ। ਇਸ ਸਮੁੱਚੇ ਖਾਸੇ ਦੇ ਪ੍ਰਗਟਾ ਦਾ ਮਨੋਰਥ ਅਤੇ ਨਿਸ਼ਾਨਾ ਮਾਤਰ ਸੁਖ ਪਥਗਾਮੀ ਨਾ ਹੋ ਕੇ ਹੁਕਮੀ ਬਣਨ ਅਤੇ ਰਜਾ ਵਿੱਚ ਰਹਿਣ ਦੇ ਸਹਿਜ ਆਨੰਦ ਨੂੰ ਅਕਾਲਵੰਸ਼ੀ ਬਣ ਹਾਸਲ ਕਰਨਾ ਹੈ। ਇਸੇ ਮੁੱਢਲੀ ਵਿਲੱਖਣਤਾ ਕਰਕੇ ਹੀ ਖਾਲਸਾਈ ਲੋਕ ਰਾਜ ਦੀ ਅੱਡਰੀ ਵਿਲੱਖਣ ਅਤੇ ਸੁਤੰਤਰ ਪਹਿਚਾਣ ਅਤੇ ਸੱਭਿਅਤਾ। ਮਹੱਲਾ 5 ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੈ ਮੁਕਤ। ਗੁਰੂ ਗ੍ਰੰਥ ਸਾਹਿਬ ਜੀ ਅੰਕ 522 ਉੱਭਰਦੀ ਹੈ। ਇਸੇ ਅੱਡਰੀ ਪਹਿਚਾਣ ਦੀ ਵਿਲੱਖਣਤਾ ਦੀ ਧੁਜਾ ਬੰਦਾ ਸਿੰਘ ਬਹਾਦਰ ਚੁੱਕ ਕੇ ਫਤਿਹ ਹਾਸਲ ਕਰਦਾ ਹੈ। ਪਲੇਠੇ ਰਾਜ ਸੱਤਾ ਦੇ ਸ਼ੁੱਧ ਰੂਪ ਵਿੱਚ ਸਿੱਖ ਰਾਜ ਦੀ ਸਲਤਨਤ ਰਾਹੀਂ ਰਾਜ ਦੇ ਸਿੱਖੀ ਢਾਂਚੇ ਦੇ ਦਸਹੱਦਿਆਂ ਰਾਹੀਂ ਖਾਲਸੇ ਦੇ ਰਾਜ ਦੇ ਪ੍ਰਬੰਧਕੀ ਢਾਂਚੇ ਅਤੇ ਪ੍ਰਬੰਧਕੀ ਪ੍ਰਣਾਲੀ ਦਾ ਆਗਾਜ਼ ਹੁੰਦਾ ਹੈ, ਜਿਸ ਦਾ ਸੰਕਲਪ ਹੀ ਇਹ ਨੀਅਤ ਕਰਕੇ ਸੱਤਾ ਦਾ ਪ੍ਰਗਟਾ ਕੀਤਾ ਜਾਂਦਾ ਹੈ। ਗੁਰਮੁਖ ਤੋਲ ਤਲਾਈ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ। ਗੁਰੂ ਗ੍ਰੰਥ ਸਾਹਿਬ ਜੀ ਅੰਕ 59। ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਏ ਨਾ ਕਿਸੇ ਰੰਝਾਨ ਦਾ ਸਭ ਸੁਖਾਲੀ ਵੁੱਠੀਆਂ
ਇਹ ਹੋਆ ਹਲੇਮੀ ਰਾਜ ਜੀਓ। ਗੁਰੂ ਗ੍ਰੰਥ ਸਾਹਿਬ ਜੀ ਅੰਕ 74। ਅਕਾਲ ਦੀ ਇਸ ਕਿਰਪਾ ਸਦਕਾ 18ਵੀਂ ਸਦੀ ਆਪਣੀ ਅੰਗੜਾਈ ਲੈਂਦੀ ਹੋਈ ਰਸ਼ਮਾਂ ਨੂੰ ਖਾਲਸਤਾਈ ਸਲਤਨਤ ਦੇ ਦਰਸ਼ਨ ਕਰਵਾ ਮਨੁੱਖ ਅਤੇ ਇਸ ਦੇ ਪ੍ਰਬੰਧ ਨੂੰ ਰੌਸ਼ਨ ਕਰ ਸੁਤੰਤਰਤਾ ਦੀ ਹਾਨਣ ਬਣਾ ਕੇ ਆਜ਼ਾਦ ਰਹਿਣਾ ਅਤੇ ਆਜ਼ਾਦ ਹੋਣਾ ਸਿਖਾ ਜਾਂਦੀ ਹੈ। ਖਾਲਸਾਈ ਲੋਕ ਰਾਜ ਰਾਹੀਂ ਦੁਨੀਆ ਦੀ ਪਹਿਲੀ ਲੋਕ ਕ੍ਰਾਂਤੀ ਰਾਹੀਂ ਪਰਵਾਨੇ ਗਏ ਲੋਕ ਸਮਰਾਟ ਬੰਦਾ ਸਿੰਘ ਬਹਾਦਰ ਰਾਹੀਂ ਰਾਜ ਕਰੇਗਾ ਖਾਲਸਾ ਦਾ ਅਸਲ ਵਰਤਾਰਾ ਆਪਣੀ ਪਹਿਲੀ ਪੈੜ ਦੀ ਛਾਪ ਇਸ ਧਰਤੀ ਤੇ ਛੱਡਦਾ ਹੈ। ਇਸ ਦੀ ਵਿਲੱਖਣਤਾ ਇਹ ਹੈ ਕਿ ਪ੍ਰਚਲਿਤ ਰਾਜ ਪ੍ਰਬੰਧ ਦੀ ਪ੍ਰਣਾਲੀ ਨੂੰ ਯਕਦਮ ਤੋੜਦੇ ਹੋਏ ਇਸ ਦੀ ਥਾਂ ਤੇ ਖਾਲਸੇ ਦੇ ਰਾਜ ਦਾ ਖਾਲਿਸਤਾਨੀ ਬਦਲ ਸਥਾਪਿਤ ਕਰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਆਪ ਨੂੰ ਸਮਰਾਟ, ਰਾਜਾ, ਨਵਾਬ ਜਾਂ ਬਾਦਸ਼ਾਹ ਘੋਸ਼ਿਤ ਨਹੀਂ ਕਰਦਾ, ਸਗੋਂ ਸੇਵਾ ਭਾਵੀ ਰਾਜ ਸੱਭਿਆਚਾਰ ਦੇ ਵਿਕਸਿਤ ਹੋਣ ਜਾ ਰਹੇ ਰਾਜ ਨਿਆਂ ਸੇਵਾਵਾਂ ਦੇ ਪ੍ਰਬੰਧ ਦੇ ਢਾਂਚੇ ਦੇ ਗੁਰਮਤ ਸਿਧਾਂਤ ਅਤੇ ਮੋਹਰ ਅਧੀਨ ਨਿਗਰਾਨ ਵਜੋਂ ਸਮੁੱਚੀ ਲੋਕਤੰਤਰੀ ਗੁਣਤੰਤਰੀ ਪ੍ਰਣਾਲੀ ਦੇ ਖਾਲਸਾਈ ਦੇਸ਼ ਕਾਲ ਵਿੱਚ ਲੋਕ ਕ੍ਰਾਂਤੀ ਦੇ ਪਹਿਰੇਦਾਰ ਦੀ ਭੂਮਿਕਾ ਨੂੰ ਬਤੌਰ ਸੰਵਿਧਾਨਕ ਪ੍ਰਧਾਨ ਅਤੇ ਰੱਖਿਅਕ ਦੀ ਅਜਿਹੀ ਪਦਵੀ ਦਾ ਬਤੌਰ ਸੇਵਾਦਾਰ ਖੁਦ ਆਪਣੀ ਰਿੱਛਾ ਨਾਲ ਗ੍ਰਹਿਣ ਕਰਦਾ ਹੈ। ਸੁਤੰਤਰ ਤੌਰ ਤੇ ਰਾਜ ਸੱਤਾ ਦੇ ਸੰਪੂਰਨ ਅਧਿਕਾਰ ਅੱਜ ਕੱਲ੍ਹ ਦੀ ਪ੍ਰਧਾਨ ਮੰਤਰੀ ਰਾਹੀਂ ਪ੍ਰਸ਼ਾਸਕੀ ਅਧਿਕਾਰ ਰਾਸ਼ਟਰਪਤੀ ਦੇ ਨਾਮ ਤੇ ਵਰਤਣ ਵਾਲੀ ਸੰਸਦੀ ਪ੍ਰਣਾਲੀ ਵਾਂਗ ਹੀ 1708 ਵਿੱਚ ਖਾਲਿਸਤਾਨੀ ਰਾਜ ਦੇ ਰੋਲ ਮਾਡਲ ਦਾ ਪੰਥ ਖਾਲਸੇ ਦੀ ਪ੍ਰਣਾਲੀ ਅਧੀਨ ਗਣਰਾਜੀ ਸੰਸਦੀ ਨਿਰਮਾਣ ਕਰਦਾ ਹੈ। ਆਪਣੇ ਆਪ ਨੂੰ ਸਿਰਫ ਸੇਵਾਦਾਰ ਹੀ ਰੱਖਦਾ ਹੈ, ਲੋਕ ਨੁਮਾਇੰਦਗੀਆਂ ਨੂੰ ਸੱਤਾ, ਪ੍ਰਸ਼ਾਸਨ, ਨਿਆਂ ਅਤੇ ਪ੍ਰਬੰਧ ਦੇ ਸਾਰੇ ਅਧਿਕਾਰ ਸੌਂਪ ਦਿੰਦਾ ਹੈ। ਅਜਿਹਾ ਦੁਨੀਆ ਵਿੱਚ ਪਹਿਲੀ ਵਾਰ ਹੁੰਦਾ ਹੈ। ਇਸ ਸੰਸਦੀ ਗਣਰਾਜ ਦੀ ਖਾਲਿਸਤਾਨੀ ਪੈੜ ਦੀ ਸਥਾਪਨਾ ਹਿੱਤ ਪੰਥ ਖਾਲਸਾ ਇਸ ਪੈੜ ਦੇ ਅਗਲੇ ਪੜਾਅ ਅਤੇ ਵਿਕਾਸ ਲਈ ਸ਼ਹਾਦਤਾਂ ਦਾ ਇੱਕ ਲਾਸਾਨੀ ਇਤਿਹਾਸ ਸਿੰਘ ਸੂਰਮਿਆਂ ਦੀਆਂ ਹੱਡਾਂ ਦੀ ਕਲਮ ਬਣਾ ਕੇ ਕਾਲ ਵਕਤ ਦੀ ਹਿੱਕ ਤੇ ਖਾਲਸੇ ਦੇ ਲਹੂ ਵਿੱਚ ਡੋਕੇ ਲੈ ਲੈ ਕੇ ਲਿਖਦਾ ਹੈ। ਮਨੁੱਖ ਨੂੰ ਅਸਲੋਂ ਸੁਤੰਤਰਤਾ ਦੇਣ ਵਾਲੇ ਅਤੇ ਸੰਪ੍ਰਭੂ ਬਣਾਉਣ ਵਾਲੇ ਅਕਾਲ ਦੇ ਕੁਦਰਤੀ ਰਾਜ ਦੇ ਗੁਣਤੰਤਰੀ ਗਣਰਾਜੀ ਸੰਸਦੀ ਵਰਤਾਰੇ ਹਿੱਤ ਇੰਜ ਅਕਾਲ ਨਾਗਰਿਕਤਾ ਦਾ ਲੋਕ ਇਤਿਹਾਸ ਲੋਕਾਂ ਵੱਲੋਂ ਆਪੇ ਹੀ ਕਦੇ ਨਵ ਜੰਮੇ ਬਾਲ ਦੇ ਜੰਬੂਰ ਨਾਲ ਕੱਢੇ ਦਿਲ ਦੀ ਤੜਫੜਾਹਟ ਤੇ ਲਿਖਿਆ ਜਾਂਦਾ ਹੈ ਤੇ ਕਦੇ ਸ਼ਹੀਦ ਤਾਰੂ ਸਿੰਘ ਦੀ ਰੰਬੀ ਨਾਲ ਲਾਹੀ ਖੋਪੜ ਦੇ ਇੱਕ ਬੇਕੀਮਤੀ ਜਾਨ ਤੋਂ ਵੀ ਪਿਆਰੇ ਕੇਸਾਂ ਦੀਆਂ ਮਖਮਲੀ ਜ਼ੁਲਫਾਂ ਤੇ ਮਿਕਨਾਤੀਸੀ ਸ਼ਹਾਦਤ ਦੀ ਨੱਕਾਸ਼ੀ ਨਾਲ ਉਕਰਿਆ ਜਾਂਦਾ ਹੈ। ਖਾਲਸੇ ਵੱਲੋਂ ਆਰੰਭੀ ਮੁਹਿੰਮ ਦੀ ਇਸ ਖਾਲਿਸਤਾਈਤਾ ਹਿੱਤ ਲੋਕ ਕ੍ਰਾਂਤੀ ਦਾ ਇਹ ਇਤਿਹਾਸ ਲੋਕ ਜ਼ਬਾਨ ਤੇ ਸੱਚ ਅਤੇ ਪ੍ਰਤੱਖ ਵਰਤਾਰੇ ਦੀ ਅਮਿੱਟ ਛਾਪ ਰਾਹੀਂ ਸੁੱਤੇ ਸਿੱਧ ਹੀ ਅੱਖਰਾਂ ਦੀ ਛਾਪ ਵਿੱਚ ਦਿਲ ਦਿਮਾਗ ਤੇ ਉਕਰਦਾ ਹੋਇਆ ਮੌਤ ਨਾਲ ਖਾਲਸੇ ਦੀ ਆਸ਼ਕੀ ਦੀ ਵਫਾ ਦੀ ਗਵਾਹੀ ਭਰ ਜਾਂਦਾ ਹੈ। ਇਹ ਇਤਿਹਾਸ ਅਤੇ ਰਾਜ ਦੇ ਸਿਧਾਂਤ ਕਾਗਜ਼ ਤੇ ਸਿਆਹੀ ਨਾਲ ਨਹੀਂ ਲਿਖੇ ਜਾਂਦੇ। ਇਹ ਰਾਜ ਕਰਨ ਹਿੱਤ ਇਤਿਹਾਸ ਅਤੇ ਸਿਧਾਂਤ ਸ਼ਹਾਦਤਾਂ ਦੀ ਤਸਦੀਕ ਕਰ ਤਸਦੀਕੀ ਛਾਪ ਰਾਹੀਂ ਲੋਕਾਂ ਦੇ ਦਿਲੋਂ ਦਿਮਾਗ ਉੱਤੇ ਅਤੇ ਨਸਲਾਂ ਦੀ ਪਰੰਪਰਾ ਤੇ ਉਕੇਰੇ ਜਾਂਦੇ ਹਨ। ਲੋਕਾਂ ਦੀ ਸਲਤਨਤ ਹਿੱਤ ਅਤੇ ਮਨੁੱਖ ਨੂੰ ਸੰਪ੍ਰਭੂਤਾ ਦੇਣ ਹਿੱਤ ਸਿਵਾ ਖਾਲਸੇ ਦੇ ਘਰ ਪੰਜਾਬ ਦੀ ਧਰਤੀ ਤੋਂ ਦੁਨੀਆ ਵਿੱਚ ਕਿਤੇ ਵੀ ਲੋਕਾਂ ਨੇ ਲੋਕ ਨਾਇਕਾਂ ਦੀ ਅਜਿਹੀ ਸਲਤਨਤ ਨੇ ਰਾਜ ਸੱਤਾ ਦੀ ਅੱਡਰੀ ਪਹਿਚਾਣ ਦੀ ਸੰਪੂਰਨਤਾ ਹਾਸਲ ਨਹੀਂ ਕੀਤੀ ਹੈ। ਰਾਜ ਕਰੇਗਾ ਖਾਲਸਾ ਦਾ ਇਹੋ ਹੀ ਖਾਲਿਸਤਾਨੀ ਲਾਸਾਨੀ ਅਤੇ ਸੁਨਹਿਰੀ ਵਿਰਸਾ ਹੈ। ਖਾਲਸਾਈ ਸਲਤਨਤ ਦੀ ਸਰਬ ਸੱਤਾ ਧਾਰੀ ਅਕਾਲ ਦੇ ਰਾਜ ਸੱਤਾ ਦੀ ਬਹਾਲੀ ਹਿੱਤ ਹੀ ਦਸਮ ਪਾਤਸ਼ਾਹ ਬਾਬਾ ਬੰਦਾ ਸਿੰਘ ਜੀ ਨੂੰ ਆਪਣੇ ਭੱਤੇ ਵਿੱਚੋਂ 5 ਤੀਰ, ਰਣਜੀਤ ਨਗਾਰਾ, ਤੇਗ ਅਤੇ 5 ਸਿੰਘਾਂ ਦਾ ਥਾਪੜਾ ਬਖਸ਼ਿਸ਼ ਕਰ ਖਾਲਸੇ ਦੇ ਘਰ ਪੰਜਾਬ ਵੱਲ ਨੂੰ ਤੋਰਦੇ ਹਨ। ਇਹ ਚਿੰਨ੍ਹ ਰਾਜ ਸੱਤਾ ਅਤੇ ਇਸ ਖਾਲਸਾਈ ਸੱਤਾ ਦੀ ਰਾਜ ਪ੍ਰਣਾਲੀ, ਸੱਤਾ ਸਰੋਤ ਅਤੇ ਸ਼ਕਤੀ ਦੇ ਸਿਧਾਂਤ ਅਤੇ ਰਾਜਸੀ ਫਲਸਫੇ ਨੂੰ ਪੰਥਕ ਪਰਿਪੇਖ ਵਿੱਚ ਸਪਸ਼ਟ ਰੂਪ ਵਿੱਚ ਸਮਝਾਉਂਦੇ ਹਨ। ਖਾਲਿਸਤਾਨ ਦੇ ਲੋਕਤੰਤਰੀ ਮਹਾਨਾਇਕ ਅਤੇ ਰਾਸ਼ਟਰੀਅਤਾ ਦੇ ਪਿਤਾਮਾ ਸ਼੍ਰੋਮਣੀ ਸ਼ਹੀਦ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਪੰਜਾਬ ਦੀ ਧਰਤੀ ਤੇ ਸਥਾਪਿਤ ਕੀਤੇ ਖਾਲਸੇ ਦੇ ਰਾਜ ਦੀ ਰਾਜਨੀਤਿਕ ਪਰੰਪਰਾ ਖਾਲਸੇ ਤੋਂ ਇੱਕ ਵਿਕਸਿਤ ਅਤੇ ਸੁਤੰਤਰ ਰਾਜਨੀਤਿਕ ਪ੍ਰਣਾਲੀ ਨੂੰ ਅਪਣਾਉਣ ਦੀ ਮੰਗ ਕਰਦੀ ਹੈ।
ਇਸ ਦੀ ਸਾਰਥਿਕਤਾ ਇਸੇ ਵਿੱਚ ਹੀ ਹੈ ਕਿ ਅੱਜ ਪੰਥ ਖਾਲਸਾ ਆਪਣੀ ਸੁਤੰਤਰ ਰਾਜਨੀਤਿਕ ਪ੍ਰਣਾਲੀ ਦਾ ਰੋਲ ਮਾਡਲ ਦੁਨੀਆ ਵਿੱਚ ਪੇਸ਼ ਕਰੇ ਅਤੇ ਉਸ ਦੀ ਵਿਹਾਰਕਤਾ ਨੂੰ ਗਲੋਬਲ ਪ੍ਰਪੇਖ ਵਿੱਚ ਪ੍ਰਦਰਸ਼ਿਤ ਕਰਨ ਹਿੱਤ ਤਾਰਾ ਮੰਡਲੀ ਆਕਾਸੀ ਵਰਤਾਰੇ ਨੂੰ ਆਕਾਸ਼ ਗੁਰਮਤ ਵਿਗਿਆਨ ਦਾ ਵਿਗਸਿਆ ਸੱਚ ਪ੍ਰਗਟ ਕਰ ਦ੍ਰਿਸ਼ਮਾਨ ਕਰਨ ਦੀ ਚੁਣੌਤੀ ਤੇ ਖਰਾ ਉਤਰ ਕੇ ਦਿਖਾਵੇ। ਨਾਨਕਸ਼ਾਹੀ ਖਾਲਸਾਈਤਾ ਦੇ ਲੋਕ ਰਾਜੀ ਗਣਰਾਜ ਦੀ ਇਸ ਪਰੰਪਰਾ ਦੀ ਬੁਨਿਆਦ 1710 ਵਿੱਚ ਖਾਲਸੇ ਦੀ ਰਾਜਧਾਨੀ ਲੋਹਗੜ੍ਹ ਤੋਂ ਸਾਮੰਤਵਾਦੀ ਰਜਵਾੜਾ ਸ਼ਾਹੀ ਦੇ ਹਮੇਸ਼ਾ ਲਈ ਖਾਤਮੇ ਤੇ ਧਰੀ ਗਈ ਹੈ। ਇੰਜ ਰਾਜਸੀ ਤਖਤ ਨੂੰ ਪਹਿਲੀ ਵਾਰ ਅਕਾਲ ਦੇ ਹੁਕਮੀ ਵਰਤਾਰੇ ਦਾ ਸਿੱਖ ਬਣਾ ਕੇ ਤਖਤ ਨੂੰ ਮਾਨਵ ਰੱਖਿਅਕ ਕੰਮਾਂ ਦੇ ਕਿਰਦਾਰ ਦਾ ਤੇ ਲੋਕ ਹਿੱਤਾਂ ਦੇ ਅਲੰਬਰਦਾਰ ਅਤੇ ਪਹਿਰੇਦਾਰ ਰੱਖਿਅਕ ਬਣਾਇਆ ਗਿਆ। ਮਾਨਵ ਹਿਤਕਾਰੀ ਅਤੇ ਰਾਜਸੀ ਸ਼ਕਤੀ ਦੀ ਇਸ ਹਿੱਤ ਲੋਕ ਹਿਤਕਾਰੀ ਕੁਦਰਤ ਮਨੁੱਖ ਰੱਖਿਅਕ ਬੁਨਿਆਦ ਦਾ ਸੁਭਾਗ ਲੋਕਾਂ ਤੱਕ ਖਾਲਸੇ ਨੇ ਆਪਣੀ ਨਿਗਰਾਨੀ ਵਿੱਚ ਅਕਾਲ ਦੀ ਸਲਤਨਤ ਰਾਹੀਂ ਹੀ ਪਹੁੰਚਾਇਆ ਹੈ, ਜਿਸ ਦਾ ਪ੍ਰਚਾਰ ਸਮੁੱਚੇ ਵਿਸ਼ਵ ਵਿੱਚ ਕਰਨਾ ਅੱਜ ਸਾਡਾ ਫਰਜ਼ ਬਣਦਾ ਹੈ। ਖਾਲਸੇ ਦੀ ਇਸ ਅਕਾਲ ਬਾਦਸ਼ਾਹਤ ਦੀ ਸਲਤਨਤ ਦੇ ਦੁਨੀਆ ਭਰ ਵਿੱਚ ਲੋਕ ਕ੍ਰਾਂਤੀ ਪੀਪਲ ਰੈਵੋਲਿਊਸ਼ਨ ਨੂੰ ਜਨਮ ਦਿੱਤਾ ਹੈ। ਇੰਜ ਅਸਲ ਵਿੱਚ ਸੰਨ 1710 ਵਿੱਚ ਸੱਤਾ ਦੀਆਂ ਸਾਰੀਆਂ ਹੀ ਸ਼ਕਤੀਆਂ ਲੋਕਾਂ ਦੇ ਹੱਥਾਂ ਵਿੱਚ ਬਿਨਾਂ ਕਿਸੇ ਵੀ ਵਿਤਕਰੇ ਅਤੇ ਧਰਮੀ ਜਾਂ ਜਾਤ ਫਿਰਕੇਵਾਰਾਨਾ ਵੰਡੀ ਤੋਂ ਦੇ ਦਿੱਤੀਆਂ ਜਾਂਦੀਆਂ ਹਨ। ਸਰਕਾਰੀ ਖਾਲਸਾ ਰਾਹੀਂ ਇੰਜ ਖਾਲਿਸਤਾਨੀ ਰਾਸ਼ਟਰੀਅਤਾ ਦੇ ਪਿਤਾਮਾ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਰਾਜ ਮੁਕਤ ਦਾ ਤੇ ਉਸਦੇ ਤਖਤ ਦੀ ਸੱਤਾ ਦਾ ਹਮੇਸ਼ਾ ਲਈ ਅਕਾਲ ਨਾਗਰਿਕਤਾ ਧਾਰੀ ਲੋਕਾਂ ਦੇ ਨਾਂ ਇੰਤਕਾਲ ਕਰ ਤਖਤ ਹੁਕਮ ਦੀ ਮਾਲਕ ਖਾਲਸਤਾਈਤਾ ਦੇ ਨਿਸ਼ਚੇ ਧਾਰੀ ਪੰਥ ਖਾਲਸੇ ਦੀ ਅਗਵਾਈ ਵਿੱਚ ਅਕਾਲ ਨਾਗਰਿਕਾਂ ਦੀ ਲੋਕਾਈ ਨੂੰ ਬਣਾ ਕੇ ਅਕਾਲ ਨਾਗਰਿਕਾਂ ਦੇ ਰਾਜ ਦੀ ਤਾਜਪੋਸ਼ੀ ਦਾ ਆਰੰਭ ਕਰ ਦਿੱਤਾ ਗਿਆ ਹੈ। ਇੰਜ ਧਰਤੀ ਤੇ ਇੱਕ ਅਜਿਹੇ ਲੋਕ ਰਾਜ ਦਾ ਆਰੰਭ ਹੁੰਦਾ ਹੈ ਜੋ ਅਕਾਲ ਦੀ ਬਾਦਸ਼ਾਹਤ ਅਧੀਨ ਅਕਾਲ ਦੇ ਹੀ ਨਾਮ ਤੇ ਅਤੇ ਉਸੇ ਦੀ ਮੋਹਰ ਨਾਲ ਆਰਥਿਕ ਸ਼ੋਸ਼ਣ ਦੇ ਹਮੇਸ਼ਾ ਲਈ ਖਾਤਮਾ ਕਰ ਅਕਾਲ ਦੀ ਹੀ ਕਰੰਸੀ ਰਾਹੀਂ ਹੋਂਦ ਵਿੱਚ ਆਉਂਦਾ ਹੈ, ਜਿਸ ਦਾ ਫਲਸਫਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸ਼ਬਦ ਰੂਪ ਵਿੱਚ ਦਿੰਦੀ ਹੈ, ਜਿਸ ਦਾ ਰਾਜਸੀ ਅਰਥਚਾਰਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਦੇ ਸੰਕਲਪ ਦਾ ਵਿਹਾਰਕ ਪ੍ਰਗਟਾ ਕਰਦਾ ਹੈ, ਜਿੱਥੇ ਸਮੂਹਕ ਧਨ ਦਸਵੰਧ ਦਾ ਸਵੈ ਇੱਛਤ ਨਿਜ਼ਾਮ ਗਰੀਬ ਦੇ ਉਥਾਨ ਹਿੱਤ ਵਰਤਨ ਦੀ ਕਾਰ ਦਾ ਰੱਬੀ ਵਿਸ਼ਵਾਸ ਧਾਰੀ ਅਮਲ ਨਿਯਤ ਕੀਤਾ ਗਿਆ ਹੈ। ਦੁਨੀਆ ਭਰ ਵਿੱਚ ਅਕਾਲ ਨਾਗਰਿਕਾਂ ਦੇ ਉਸ ਸਮੂਹ ਲਈ ਜੋ ਸੰਸਾਰੀਕਰਨ ਦੀਆਂ ਵਿਕਸਿਤ ਕੁਰਾਜੀ ਪ੍ਰਣਾਲੀਆਂ ਦੀ ਰਾਜ ਦੇ ਕੁਰਾਜ ਦਾ ਅਤੇ ਸੱਤਾ ਦੇ ਜ਼ੁਲਮ ਦਾ ਸ਼ਿਕਾਰ ਹਨ, ਉਹਨਾਂ ਨਿਮਿਤ ਗੁਰੂ ਨਾਨਕ ਦੇ ਦਰ ਗੁਰਦੁਆਰੇ ਰਾਹੀਂ ਬੇਕੰਮੇ ਜਾਂ ਬੇਰੁਜ਼ਗਾਰ ਨਿਆਸਰੇ ਜਾਂ ਘਰ ਦੀ ਛੱਤ ਤੋਂ ਸੱਖਣੇ ਅਵਿਦਿਆ ਦੇ ਸ਼ਿਕਾਰ ਜਾਂ ਅਨਪੜ੍ਹਾਂ ਲਈ ਵਿਦਿਆਲੇ ਦਾ ਨਾਨਕਸ਼ਾਹੀ ਸ਼ਾਸਕੀ ਪ੍ਰਬੰਧ ਦਾ ਲੰਗਰ ਪੰਗਤ ਧਰਮਸਾਲ ਦਾ ਸੰਗਤੀ ਪ੍ਰਬੰਧ ਹੈ, ਜਿਸ ਲਈ ਅਕਾਲ ਦੇ ਹੁਕਮ ਨੂੰ ਮੰਨਣਾ ਤੇ ਅਕਾਲ ਦੀ ਰਜ਼ਾ ਵਿੱਚ ਰਹਿਣ ਦੀ ਮੁੱਢਲੀ ਕੁਦਰਤੀ ਸ਼ਰਤ ਹੈ। ਇਹ ਪ੍ਰਬੰਧ ਸਿਰਫ ਸਿੱਖਾਂ ਲਈ ਸਿੱਖਾਂ ਵੱਲੋਂ ਸਿੱਖਾਂ ਵਾਸਤੇ ਨਹੀਂ ਹੈ, ਸਗੋਂ ਇਸ ਸੰਕੀਰਣ ਸੋਚ ਤੋਂ ਬਾਹਰ ਨਿਕਲ ਕੇ ਇਹ ਪ੍ਰਬੰਧ ਨਾਨਕ ਨਾਮ ਲੇਵਾ ਸਿੱਖਾਂ ਵੱਲੋਂ ਅਕਾਲ ਨਾਗਰਿਕਤਾ ਲਈ ਅਕਾਲ ਨਾਗਰਿਕਤਾ ਦੀ ਸੱਤਾ ਵਿੱਚ ਆਉਣ ਵਾਸਤੇ ਸਮੂਹ ਨਾਗਰਿਕਾਂ ਲਈ ਸੁਤੰਤਰ ਰੂਪ ਵਿੱਚ ਉਹਨਾਂ ਦੇ ਵਿਵੇਕ ਦੀ ਕਸਵੱਟੀ ਤੇ ਪੰਥ ਖਾਲਸੇ ਦੀ ਖਾਲਿਸਤਾਨੀ ਅਕਾਲ ਸੱਤਾ ਦੀ ਸ਼ਰਨਗਾਹ ਹੈ, ਜੋ ਉਹਨਾਂ ਨੂੰ ਅਕਾਲ ਸੱਤਾ ਦੀ ਨਾਗਰਿਕਤਾ ਵਿੱਚ ਲਿਆਉਣ ਦੀ ਗਰੰਟੀ ਦਿੰਦਾ ਹੈ। ਗੁਰਦੁਆਰੇ ਦੀ ਨਾਨਕਸ਼ਾਹੀ ਇਸ ਮਰਿਆਦਾ ਨੂੰ ਸਿੱਖ ਸਮਾਜ ਨੂੰ ਵੀ ਸਮਝਣ ਦੀ ਅਤਿਅੰਤ ਲੋੜ ਹੈ। ਖਾਲਿਸਤਾਨੀ ਰਾਜ ਦੇ ਸੰਕਲਪ ਵਿੱਚ ਪੰਥ ਖਾਲਸਾ ਦੀ ਸਮਾਜਿਕ ਸੱਤਾ ਦਾ ਇਹੋ ਹੀ ਤਾਂ ਅਕਾਲ ਤਖਤ ਦਾ ਸ਼ਬਦ ਗੁਰੂ ਦੀ ਗੁਰਿਆਈ ਵਿਚਲਾ ਦਰਬਾਰ ਸਾਹਿਬ ਦਾ ਦਰਬਾਰੀ ਧਰਮ ਹੈ, ਜੋ ਖਾਲਸੇ ਤੇ ਬਤੌਰ ਫਰਜ਼ ਬਾਹੁਕਮ ਲਾਗੂ ਹੈ। ਮੀਰੀ ਪੀਰੀ ਦਾ ਇਹੋ ਸੰਤ ਸਿਪਾਹੀ ਸਿਧਾਂਤ ਹੈ, ਜਿਸ ਨੂੰ ਹਾਲੇ ਹਾਸਲ ਕਰਨ ਹਿੱਤ ਸਿੱਖ ਸਮਾਜ ਨੂੰ ਆਪਣੇ ਵਿਵੇਕ ਦੇ ਵੇਗ ਵਿੱਚੋਂ ਸਿੱਖੀ ਦੀ ਸੱਤਾ ਦੀ ਸਥਾਪਤੀ ਤੱਕ ਪੁੱਜਣਾ ਪੈਣਾ ਹੈ। ਇਹ ਅਮਲ ਸ਼ਾਂਤ ਅਤੇ ਸਥਿਰ ਵਾਤਾਵਰਣ ਅਤੇ ਸਮਾਜਿਕ ਅੰਦਰੂਨੀ ਤੇ ਬੈਰੂਨੀ ਦੇਸ਼ਕਾਲੀ ਪ੍ਰਸਥਿਤੀਆਂ ਰਾਹੀਂ ਹੀ ਸੰਭਵ ਹੁੰਦਾ ਹੈ। ਇਸੇ ਦਾ ਆਰੰਭ ਖਾਲਿਸਤਾਨੀ ਮਹਾਨਾਇਕ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ। ਇੰਜ ਰਾਜ ਕਰੇਗਾ ਖਾਲਸਾ ਦੇ ਸੰਕਲਪ ਧਾਰੀ ਰਾਜ ਦਾ ਖਾਲਿਸਤਾਨੀ ਵਰਤਾਰਾ ਅਕਾਲ ਦੀ ਬਾਦਸ਼ਾਹਤ ਅਧੀਨ ਖਾਲਸਾ ਪੰਥ ਦੀ ਅਗਵਾਈ ਵਿੱਚ ਜ਼ਿਮੀਂਦਾਰੀ ਅਤੇ ਜਗੀਰਦਾਰੀ ਪ੍ਰਥਾ ਦਾ ਅੰਤ ਕਰ ਦਿੰਦਾ ਹੈ।
ਬੰਧੂਆ ਮਜ਼ਦੂਰੀ ਦੀ ਪ੍ਰਥਾ ਦੀ ਕਬਰ ਖੋਦ ਇਸ ਨੂੰ ਹਮੇਸ਼ਾ ਲਈ ਪੰਜਾਬ ਦੀ ਧਰਤੀ ਵਿੱਚੋਂ ਦਫਨ ਕਰ ਦਿੱਤਾ ਜਾਂਦਾ ਹੈ। ਸਾਰੇ ਜ਼ਮੀਨੀ ਅਧਿਕਾਰ ਅਸਲ ਵਾਹੀ ਕਰਨ ਵਾਲਿਆਂ ਸਪੁਰਦ ਕਰਦੇ ਹੋਏ ਹਲਵਾਕਾਂ ਨੂੰ ਭੌਂ ਦਾ ਮਾਲਕ ਬਣਾ ਦਿੱਤਾ ਜਾਂਦਾ ਹੈ। ਹੋਰ ਧਰਮਾਂ ਦੇ ਅਲਪ ਸੰਖਿਅਕ ਅਤੇ ਬਹੁਤ ਸੰਖਿਅਕ ਲੋਕਾਂ ਨੂੰ ਖਾਲਸਾਈ ਸਿਧਾਂਤਾਂ ਅਤੇ ਫਲਸਫੇ ਅੰਦਰ ਰਾਜ ਸੱਤਾ ਵਿੱਚ ਬਰਾਬਰਤਾ ਦਿੱਤੀ ਜਾਂਦੀ ਹੈ ਅਤੇ ਫੌਜ ਵਿੱਚ ਭਰਤੀ ਦਿੱਤੀ ਜਾਂਦੀ ਹੈ। ਇਹ ਕੋਈ ਨਿਰੇ ਸੁਧਾਰਵਾਦੀ ਅਮਲ ਜਾਂ ਕੰਮ ਨਹੀਂ ਸਨ। ਇਹ ਸਥਾਪਿਤ ਰਾਜ ਦੇ ਸਾਰੇ ਹੀ ਨਿਯਮਾਂ, ਕਾਨੂੰਨ, ਸੱਤਾ ਅਤੇ ਤਖਤ ਦੇ ਮੁਕੰਮਲ ਖਾਤਮੇ ਦੀ ਕ੍ਰਾਂਤੀ ਤੋਂ ਬਾਅਦ ਸਥਾਪਿਤ ਕੀਤੇ ਅਕਾਲ ਸੱਤਾ ਦੇ ਅਸਲ ਸੱਤਾ ਦਾ ਬਦਲ ਹਨ। ਨਾ ਹੀ ਇਹ ਕੋਈ ਵਕਤੀ ਲਹਿਰ ਸੀ ਅਤੇ ਨਾ ਹੀ ਇਹ ਕੋਈ ਸੰਸਾਰੀਕਰਨ ਦੀ ਪ੍ਰਕਿਰਿਆ ਵਿਚਲੀ ਵਿਕਾਸਾਤਮਕ ਦਰਜਾਬੰਦੀ ਅਗਾਂਹ ਵਧੂ ਪ੍ਰਣਾਲੀ ਸੀ। ਇਹ ਦੁਨਿਆਵੀ ਪ੍ਰਚਲਿਤ ਪ੍ਰਣਾਲੀਆਂ ਦੇ ਮੁਕੰਮਲ ਖਾਤਮੇ ਤੋਂ ਬਾਅਦ ਬਦਲ ਵਜੋਂ ਸਥਾਪਿਤ ਕੀਤੇ ਅਕਾਲ ਦੇ ਤਖਤ ਦਾ ਰਾਜ ਹੈ। ਇਸ ਬਦਲਵੇਂ ਪ੍ਰਬੰਧ ਵਿੱਚ ਪ੍ਰਬੰਧਾਂ ਦੀਆਂ ਵੀ ਸਾਰੀਆਂ ਇਕਾਈਆਂ ਨੂੰ ਸੁਧਾਰਿਆ ਨਹੀਂ ਗਿਆ, ਸਗੋਂ ਨਵਰੂਪੀ ਬਦਲ ਵਿੱਚ ਖਾਲਸੇ ਦੇ ਸਿਧਾਂਤ ਅਨੁਸਾਰ ਨਵ ਜਨਮ ਦੇ ਕੇ ਸਥਾਪਿਤ ਕੀਤਾ ਗਿਆ ਹੈ। ਮਜ਼ਲੂਮ ਦੀ ਹਰ ਪੱਖੋਂ ਰੱਖਿਅਕ ਅਹਿਲਕਾਰ ਨੌਕਰਸ਼ਾਹੀ ਦੀ ਪ੍ਰਥਾ ਦਾ ਅਸਲ ਵਿੱਚ ਖਾਲਸਤਾਈ ਪ੍ਰਣਾਲੀ ਦੇ ਇਸੇ ਪੰਥਕ ਰਾਜ ਵਿੱਚ ਹੀ ਆਰੰਭ ਕੀਤਾ ਗਿਆ। ਅਫਸਰਾਂ ਦੀ ਜਮਾਤ ਦਾ ਲੋਕ ਸੇਵਕਾਂ ਦੇ ਰੂਪ ਵਿੱਚ ਬਦਲਣਾ ਇੱਕ ਕ੍ਰਾਂਤੀਕਾਰੀ ਪਿਰਤ ਨੂੰ ਜਨਮ ਦਿੰਦਾ ਹੈ। ਰਾਜ ਵਿੱਚ ਇੰਜ ਨੌਕਰਸ਼ਾਹੀ ਨੂੰ ਸ਼ਹਿਰੀਆਂ ਦਾ ਸੇਵਾਦਾਰ ਬਣਾਏ ਜਾਣ ਦਾ ਸੰਕਲਪ ਜਨਮ ਲੈਂਦਾ ਹੈ, ਜਿਸ ਨੂੰ ਆਧੁਨਿਕ ਰਾਜ ਨੇ ਪੰਥ ਦੇ ਇਸ ਖਾਲਸਤਾਈ ਰਾਜ ਪ੍ਰਣਾਲੀ ਰਾਹੀਂ ਵਿਕਸਿਤ ਸਰਕਾਰੀ ਨੌਕਰ ਤੋਂ ਲੋਕ ਨੌਕਰ ਬਣਨ ਦੇ ਸੰਕਲਪ ਵਿੱਚੋਂ ਹੀ ਸਿਵਲ ਸਰਵਿਸਿਜ਼ ਦਾ ਸੰਕਲਪ ਲਿਆ ਹੈ। ਲੋਕਤੰਤਰ ਵਿੱਚ ਲੋਕ ਸੇਵਕ ਅਰਥਾਤ ਸਿਵਲ ਸਰਵੈਂਟ ਦਾ ਸੰਕਲਪ ਖਾਲਸੇ ਦੀ ਖਾਲਸਤਾਈ ਅਰਥਾਤ ਖਾਲਿਸਤਾਨੀ ਪਰੰਪਰਾ ਤੋਂ ਹੀ ਲਿਆ ਗਿਆ ਹੈ। ਲੋਕ ਸੇਵਕ ਰਾਜ ਦਾ ਸੰਕਲਪ ਉਸ ਸਮੇਂ ਕਾਲ ਤੱਕ ਵਿਸ਼ਵ ਵਿੱਚ ਕਿਸੇ ਪਾਸ ਵੀ ਨਹੀਂ ਸੀ। ਸੰਸਾਰ ਵਿੱਚ ਆਧੁਨਿਕ ਲੋਕਤੰਤਰ ਅਤੇ ਲੋਕਤੰਤਰ ਵਿਚਲੀਆਂ ਮੁੱਢਲੀਆਂ ਉਹ ਖਾਸੀਅਤਾਂ ਜਿਨ੍ਹਾਂ ਕਾਰਨ ਵਿਸ਼ੇਸ਼ ਤੌਰ ਤੇ ਲੋਕਤੰਤਰ ਨੂੰ ਲੋਕਤੰਤਰ ਮੰਨਿਆ ਜਾਂਦਾ ਹੈ, ਉਹ ਸਾਰੀਆਂ ਹੀ ਸਿੱਖ ਸੱਭਿਅਤਾ ਤੋਂ ਅਤੇ ਸਿੱਖੀ ਦੇ ਰਾਜ ਸੰਕਲਪ ਦੇ ਰੋਲ ਮਾਡਲ ਤੋਂ ਹੀ ਹਾਸਲ ਹੋਈਆਂ ਹਨ। ਇਸ ਖਾਲਸਤਾਈਤਾ ਦੇ ਉਦਗਮੀ ਗੁਣਵਾਦੀ ਲੋਕਤੰਤਰ ਦੀ ਨੀਂਹ ਖਾਲਸਾ ਖੁਦ ਬੜੇ ਹੀ ਠੋਸ ਧਰਾਤਲ ਤੇ ਰੱਖਦੇ ਹੋਏ ਇਸ ਖਾਲਿਸਤਾਨ ਦੇ ਸਿਧਾਂਤ, ਸੰਕਲਪ, ਵਰਤਾਰੇ ਅਤੇ ਮਰਿਆਦਾ ਵਿੱਚ ਮੁੱਢਲੇ ਆਧਾਰ ਜਾਤ, ਬਰਾਦਰੀ, ਗੋਤ ਅਤੇ ਕੰਮ ਦਾ ਵਿਤਕਰਾ ਮੁੱਢੋਂ ਖਤਮ ਕੀਤਾ ਗਿਆ। ਨਿਆਂ ਦਾ ਅਸਲ ਸਿਧਾਂਤ ਇਨਸਾਫ ਸੌਖਾ ਅਤੇ ਤੁਰਤ ਲੋਕਾਂ ਤੱਕ ਸਿੱਧਾ ਪੁੱਜਦਾ ਕੀਤਾ ਗਿਆ। ਅਕਾਲ ਰਾਜ ਦੇ ਸੰਕਲਪ ਦੀ ਇਸ ਖਾਲਿਸਤਾਨੀ ਜਾਂ ਇੰਜ ਕਹਿ ਲਵੋ ਖਾਲਸਾਈ ਪ੍ਰਣਾਲੀ ਵਾਲੇ ਪਰਚਮ ਦੀ ਪਹਿਲੀ ਰਾਜ ਸੱਤਾ ਦੇ ਇਹ ਆਦ ਥੰਮ ਬਣ ਨਿਤਰੇ ਹਨ। ਇਸੇ ਪਰੰਪਰਾ ਨੇ ਸਿੱਖੀ ਵਿੱਚ ਖਾਲਸੇ ਦੇ ਖਾਲਸਤਾਈ ਪੰਥਕ ਰਾਜਸੀ ਪ੍ਰਣਾਲੀ ਖਾਲਿਸਤਾਨ ਦੀ ਭੂਮਿਕਾ ਤੇ ਵਿਆਖਿਆ ਦਾ ਆਰੰਭ ਕੀਤਾ ਹੈ, ਜਿੱਥੋਂ ਖਾਲਸਾਈ ਸਿਆਸੀ ਵਿਚਾਰਧਾਰਾ ਦਾ ਚਸ਼ਮਾ ਖੰਡੇ ਦੀ ਸ਼ਕਤੀ ਨਾਲ ਬ੍ਰਹਿਮੰਡ ਵਿੱਚ ਵਿਲੱਖਣ ਅਤੇ ਅਡਰੇ ਪੰਥਕ ਰਾਜਸੀ ਸੰਕਲਪ ਖਾਲਿਸਤਾਨ ਦਾ ਅੰਮ੍ਰਿਤ ਵਰਤਾਰਾ ਕਰਦਾ ਹੈ। ਇੰਜ ਸੰਸਾਰ ਭਰ ਵਿੱਚ ਰਾਜ ਸੱਤਾ ਅਤੇ ਨੌਕਰਸ਼ਾਹੀ ਵੱਲੋਂ ਲਤਾੜੀ ਜਾਂਦੀ ਲੋਕਾਈ ਦੇ ਨਾਮ ਤੇ ਸਿੰਘਾਸਨ ਦਾ ਇੰਤਕਾਲ ਕਰ ਦੇਣ ਵਾਲੇ ਸ਼੍ਰੋਮਣੀ ਅਤੇ ਪਹਿਲੇ ਮਹਾਨਾਇਕ ਅਤੇ ਲੋਕ ਮਨਾਂ ਵਿੱਚ ਸਵੀਕਾਰੇ ਗਏ ਸਮਰਾਟ ਸਿੰਘ ਸਾਹਿਬ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਉੱਭਰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਸਿੱਖੀ ਸੂਝ ਅਤੇ ਪੰਥਕ ਸ਼ਕਤੀ ਦੀ ਅਜਿਹੀ ਬਰੀਕ ਅਤੇ ਮਿਕਨਾਤੀਸੀ ਸਮਝ ਰੱਖਦੇ ਸਨ ਕਿ ਉਹ ਇਸ ਸਭ ਦੇ ਬਾਵਜੂਦ ਵੀ ਆਪਣੇ ਆਪ ਨੂੰ ਸਮਰਾਟ ਘੋਸ਼ਿਤ ਹੀ ਨਹੀਂ ਕਰਦੇ। ਇਹ ਉਹਨਾਂ ਦੀ ਪੰਥ ਖਾਲਸੇ ਦੀ ਰਾਜਨੀਤਿਕ ਪ੍ਰਣਾਲੀ ਸੰਬੰਧੀ ਦੂਰਦਰਸ਼ੀ ਸੋਚ ਅਤੇ ਸੂਝ ਦਾ ਸਬੂਤ ਹੈ। ਦੁਨੀਆ ਦਾ ਰਾਜਨੀਤਿਕ ਇਤਿਹਾਸ ਅਤੇ ਉਸ ਦੀ ਸੁਧਾਰਵਾਦੀ ਪੜਚੋਲ ਇਸ ਦੀ ਗਵਾਹੀ ਭਰਦੀ ਹੈ ਕਿ ਦੁਨੀਆ ਦੇ ਰਾਜ ਦੇ ਸੰਕਲਪ ਦੇ ਵਿਕਾਸ ਦੇ ਇਤਿਹਾਸ ਵਿੱਚ ਅਜਿਹੀ ਮਿਸਾਲ ਇਹ ਸਿਰਫ ਆਪ ਹੀ ਹੈ, ਹੋਰ ਕੋਈ ਵੀ ਨਹੀਂ ਮਿਲਦੀ। ਸਮੁੱਚੇ ਸੰਸਾਰ ਦੇ ਇਤਿਹਾਸ ਵਿੱਚ ਜੇਤੂ ਬਾਦਸ਼ਾਹ ਤੇ ਆਧੁਨਿਕ ਲੋਕਤੰਤਰੀ ਪ੍ਰਣਾਲੀ ਵਿੱਚ ਵੀ ਸੱਤਾ ਦਾ ਪ੍ਰਗਟਾ ਤੇ ਵਰਤਾਰਾ ਹਮੇਸ਼ਾ ਆਪਣੇ ਨਾਮ ਨਾਲ ਹੀ ਕਰਦੇ ਆਏ ਦਿਸਦੇ ਹਨ। ਇਹ ਬਾਬਾ ਬੰਦਾ ਸਿੰਘ ਬਹਾਦਰ ਹੀ ਹੈ ਜਿਹੜਾ ਆਪਣੀ ਹਾਸਲ ਕੀਤੀ ਫਤਿਹ ਤੋਂ ਬਾਅਦ ਰਾਜ ਸੱਤਾ ਦੀ ਕਾਇਮੀ ਅਕਾਲ ਦੇ ਨਾਮ ਤੇ ਕਰਕੇ ਵਾਰਸ ਪੰਥ ਨੂੰ ਬਣਾਉਂਦਾ ਹੈ। ਆਲਮੀ ਅਗਵਾਈ ਹਿੱਤ ਅਕਾਲ ਦੀ ਸੱਤਾ ਦਾ ਸਪਸ਼ਟ ਸਿਧਾਂਤ ਇਸ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਜਦਕਿ ਸਿੱਖ ਰਾਜ ਦੀ ਇਸ ਪਲੇਠੀ ਰਾਜ ਸੱਤਾ ਦੀ ਬਹਾਲੀ ਤੱਕ ਵਿਸ਼ਵ ਸਮੁਦਾਇ ਰਾਜ ਦੇ ਨਾਂ ਤੇ ਮਨੁੱਖ ਦੇ ਜਾਤੀਗਤ, ਕਿੱਤਾ ਮੁਖੀ ਅਤੇ ਧਾਰਮਿਕ ਵਿਸ਼ਵਾਸ ਅਧੀਨ ਵੰਡੀਆਂ ਦੇ ਧੱਕਾ, ਬੇਇਨਸਾਫ
ਜ਼ੁਲਮ, ਜਬਰ ਅਤੇ ਰਾਜ ਘਰਾਣੇ ਦੇ ਬਾਕੀ ਸਭ ਗੁਲਾਮ ਵਰਗੀਆਂ ਅਲਾਮਤਾਂ ਦਾ ਸ਼ਿਕਾਰ ਮਿਲਦਾ ਹੈ, ਜਿਨ੍ਹਾਂ ਨੂੰ ਕਿ ਖਾਲਸਾਈ ਰਾਜਤੰਤਰ ਦੀ ਨੀਤੀ ਪ੍ਰਣਾਲੀ ਖਾਲਿਸਤਾਨੀ ਗਣਤੰਤਰ ਦਾ ਗੁਣਤੰਤਰੀ ਲੋਕਤੰਤਰ ਹਮੇਸ਼ਾ ਲਈ ਖਤਮ ਕਰ ਜਾਂਦੀ ਹੈ। 1710 ਤੋਂ 1849 ਈਸਵੀ ਦੌਰਾਨ ਖਾਲਸਾ ਪੰਥ ਕਈ ਵਾਰ ਜਲਾਵਤਨੀ ਵਿਚਲੀ ਆਪਣੀ ਹਕੀਕਤ ਵਿੱਚ ਵਿਚਰਦਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਣੀ ਸੰਗਤ, ਪੰਗਤ, ਲੰਗਰ, ਰਹਿਤ, ਗੁਰਬਾਣੀ ਅਤੇ ਅਕਾਲ ਦੇ ਤਖਤ ਹੁਕਮ ਨੂੰ ਹਮੇਸ਼ਾ ਆਪਣੇ ਨਾਲ ਰੱਖਦਾ ਹੈ। ਸਪਸ਼ਟ ਹੈ, ਲੋਕ ਰਾਜ ਦੀ ਬਹਾਲੀ ਹਿੱਤ ਖਾਲਸਾ ਆਪਣਾ ਧਰਮ ਅਤੇ ਆਪਣੀ ਖੁਦ ਦੀ ਸੰਪ੍ਰਭੂਤਾ ਨਹੀਂ ਗਵਾਉਂਦਾ, ਸਗੋਂ ਇਸ ਦੀ ਅਣਖ ਅਤੇ ਮਰਿਆਦਾ ਦੀ ਬਹਾਲੀ ਲਈ ਆਪਣੀ ਜਿੰਦ ਜਾਨ ਵਾਰ ਜਾਂਦਾ ਹੈ। ਇੰਜ ਦੁਨੀਆ ਵਿੱਚ ਪਹਿਲੀ ਵਾਰ ਜਲਾਵਤਨੀ ਵਿੱਚ ਵੀ ਪੰਥ ਖਾਲਸੇ ਵੱਲੋਂ ਗੁਣਤੰਤਰੀ ਗਣਰਾਜ ਦੇ ਲੋਕਤੰਤਰੀ ਸੰਸਦੀ ਨਿਜ਼ਾਮ ਦੀਆਂ ਨਵੀਆਂ ਘਾਟਾਂ ਘੜੀਆਂ ਜਾਂਦੀਆਂ ਹਨ। ਇੱਕ ਦੂਜੇ ਵਿੱਚ ਸਮੋਏ ਗੁਰੂ ਗ੍ਰੰਥ, ਗੁਰੂ ਪੰਥ, ਸਿਧਾਂਤ, ਸੰਕਲਪ, ਤਖਤ ਹੁਕਮ ਰਾਹੀਂ ਜੋਤ ਅਤੇ ਜੁਗਤ ਦੇ ਗਣਰਾਜ ਵਿੱਚ ਪੰਚਾਇਤੀ ਪ੍ਰਣਾਲੀ, ਰਾਜ ਵਿਵਸਥਾ ਅਤੇ ਪ੍ਰਬੰਧਕੀ ਨਿਜ਼ਾਮ ਇੰਜ ਜਲਾਵਤਨੀ ਵਿੱਚ ਵੀ ਆਪਣੇ ਅਧਿਕਾਰਾਂ ਦੀ, ਹੱਕਾਂ, ਸਿਧਾਂਤਾਂ ਦੀ ਸੁਤੰਤਰ ਵਿਵੇਕ ਨਾਲ ਨਿਰਭਉ ਹੋ ਕੇ ਭਰਪੂਰ ਵਰਤੋਂ ਕਰਦੀ ਹੈ। ਸ਼ਹੀਦ ਬਾਬਾ ਸਾਹਿਬ ਗਰਜਾ ਸਿੰਘ ਬੋਤਾ ਸਿੰਘ ਜੀ, ਸ਼ਹੀਦ ਭਾਈ ਬਘੇਲ ਸਿੰਘ, ਸ਼ਹੀਦ ਭਾਈ ਸੁੱਖਾ ਸਿੰਘ ਜੀ, ਮਹਿਤਾਬ ਸਿੰਘ ਜੀ, ਸ਼ਹੀਦ ਭਾਈ ਸਾਹਿਬ ਕਪੂਰ ਸਿੰਘ ਜੀ ਇਸੇ ਪਰੰਪਰਾ ਦੀਆਂ ਲਿਸ਼ਕਾਂ ਮਾਰਦੀ ਸੱਚਾਈ ਦਾ ਪ੍ਰਗਟਾ ਕਰਦੇ ਹਨ। ਇਸ ਸਮੇਂ ਕਾਲ ਵਿੱਚ ਸਿੱਖ ਦੀ ਸਿੱਖੀ ਖਾਲਸੇ ਦੇ ਰੂਪ ਵਿੱਚ ਖਾਲਸਾ ਬਣ ਅਕਾਲ ਦੀ ਹੋ ਕੇ ਅਕਾਲ ਪਰਥਾਏ ਜੀਵਨ ਦੀ ਹੈ। ਖਾਲਸਤਾਈ ਵਿਵਸਥਾ ਵਿੱਚ ਲੋਕਾਈ ਜੋ ਪੰਥਕ ਅਗਵਾਈ ਵਿੱਚ ਹੈ, ਆਪਣੀ ਗੁਰਤਾ ਅਤੇ ਆਪਣੀ ਪ੍ਰਭੂ ਸੰਪੰਨਤਾ ਲਈ ਲਾਸਾਨੀ ਕਿਰਦਾਰ ਸਿਰਜਦੀ ਹੈ। ਕਦੇ ਬਘੇਲ ਸਿੰਘ ਦੀ ਸੁਘੜ ਅਗਵਾਈ ਲੋਕ ਆਪ ਚੁਣਦੇ ਹਨ ਤੇ ਕਦੇ ਨਵਾਬੀ ਪੰਚਾਇਤੀ ਵਿਵਸਥਾ ਦੀ ਅਤੇ ਲੋਕ ਸੱਤਾ ਦੀ ਚਰਨ ਛੂਹ ਦੀ ਅਧੀਨਗੀ ਨਾਲ ਸੇਵਾਦਾਰ ਵਜੋਂ ਕਪੂਰ ਸਿੰਘ ਵਰਗਾ ਜਾਂਬਾਜ਼ ਲੋਕ ਨਾਇਕ ਗ੍ਰਹਿਣ ਕਰਦਾ ਹੈ, ਜਿਸ ਦੀ ਕਿ ਦੁਨੀਆ ਭਰ ਦੇ ਲੋਕ ਇਤਿਹਾਸ ਵਿੱਚ ਅਤੇ ਲੋਕਤੰਤਰ ਵਿੱਚ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ। ਇਹ ਚਿੰਨ੍ਹ ਮਾਤਰ ਇਸ਼ਾਰੇ ਹੀ ਖਾਲਸਤਾਈ ਰਾਜ ਸੱਤਾ ਦੀ ਪ੍ਰਣਾਲੀ ਦੇ ਆਧਾਰ ਥੰਮ ਹਨ। ਅਸਲੋਂ ਇਸੇ ਵਿੱਚ ਹੀ ਲੋਕ ਰਾਜ ਦੀ ਖਾਲਸਾਈ ਤੰਤਰ ਦੀ ਵਿਆਖਿਆ ਦਾ ਗਰਭ ਕੇਂਦਰ ਹੈ, ਜਿਸ ਵਿੱਚੋਂ ਹੀ ਰਾਜ ਸੱਤਾ ਦੀ ਵਿਵਸਥਾ ਦਾ ਸਰੋਤ ਪੁੰਗਰਦਾ ਹੈ, ਜਿਸ ਦਾ ਆਦਿ ਸਰੋਤ ਪੰਥ ਖਾਲਸਾ ਹੈ। ਇਸੇ ਲਈ ਹੀ ਸ਼ਹੀਦ ਸੁੱਖਾ ਸਿੰਘ, ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਲਿਜਾ ਕੇ ਜਲਾਵਤਨੀ ਵਿਚਲੇ ਪੰਥ ਖਾਲਸੇ ਦੇ ਸਰਬੱਤ ਖਾਲਸੇ ਵਿੱਚ ਲਿਜਾ ਕੇ ਪੇਸ਼ ਕਰਦੇ ਹਨ। ਸਿੱਖ ਵਿਦਵਾਨਾਂ ਨੇ ਖਾਲਸੇ ਦੀ ਇਸ ਰਾਜਨੀਤਿਕ ਪ੍ਰਣਾਲੀ ਦੇ ਇਸ ਵਿਕਾਸਾਤਮਕ ਲਗਾਤਾਰ ਅਗਾਂਹ ਵੱਧਦੇ ਸੰਕਲਪ ਨੂੰ ਕਦੇ ਵੀ ਲਿਖਤਬੱਧ ਕਰਨ ਦੀ ਲੋੜ ਹੀ ਨਹੀਂ ਮਹਿਸੂਸ ਕੀਤੀ। ਇੱਕ ਉਹ ਰਾਜ ਪ੍ਰਣਾਲੀ ਆਪਣੇ ਹੀ ਲੋਕਾਂ ਤੇ ਵਿਦਵਾਨਾਂ ਵੱਲੋਂ ਤਿਰਸਕਾਰੀ ਅਤੇ ਅਣਗੌਲੀ ਕਰ ਦਿੱਤੀ ਗਈ। ਅਜਿਹਾ ਉਸ ਰਾਜ ਸਿਧਾਂਤ ਨਾਲ ਵਾਪਰਿਆ ਜੋ ਕਿ ਦੁਨੀਆ ਵਿੱਚ ਇੱਕਮਾਤਰ ਗੁਣਤੰਤਰੀ ਲੋਕਤੰਤਰੀ ਰਾਜ ਪ੍ਰਣਾਲੀ ਦੀ ਸਿਆਸੀ ਹੋਂਦ ਨੂੰ ਵਿਕਸਿਤ ਕਰਦਾ ਹੋਇਆ ਦੁਨੀਆ ਨੂੰ ਰਾਜ ਦਾ ਅਕਾਲ ਸੰਕਲਪ ਦੇ ਰਿਹਾ ਸੀ। ਇਹ ਸਿੱਖ ਇਤਿਹਾਸ ਵਿੱਚ ਸੁਤੰਤਰ ਪ੍ਰਣਾਲੀ ਦੇ ਵਿਕਾਸ ਦੀ ਲੋੜ ਦੀ ਪੂਰਤੀ ਨਾ ਕਰਨਾ ਹੀ ਸਿੱਖ ਇਤਿਹਾਸ ਨਾਲ ਸਭ ਤੋਂ ਵੱਡਾ ਧਰੋਹ ਬਣ ਕੇ ਉੱਭਰ ਆਇਆ ਹੈ। ਸਿੱਖ ਵਿਦਵਾਨਾਂ ਨੇ ਕਦੇ ਵੀ ਕਿਉਂ ਨਹੀਂ ਸੋਚਿਆ ਕਿ ਹਵਾ ਵਿੱਚ ਉਛਾਲੀਆਂ ਜਾਂਦੀਆਂ ਤੇ ਫਿਰ ਬਰਛੀਆਂ ਅਤੇ ਨੇਜੀਆਂ ਦੀ ਚੁੰਝ ਤੇ ਬੋਚੀਆਂ ਜਾਂਦੀਆਂ ਖਾਲਸੇ ਦੀਆਂ ਦੁੱਧ ਚੁੰਘਦੀਆਂ ਬਾਲ ਦੇਹਾਂ ਜਦੋਂ ਆਪਣੇ ਕੇਸਰੀ ਲਹੂ ਦੀਆਂ ਫੁਹਾਰਾਂ ਨਾਲ ਧਰਤੀ ਤੇ ਆ ਕੇ ਡਿੱਗਦੀਆਂ ਹਨ ਤਾਂ ਇੱਕ ਪਾਸੇ ਸਿੰਘਾਂ ਦੀਆਂ ਮਾਵਾਂ ਤੇਰਾ ਭਾਣਾ ਮਿੱਠਾ ਲਾਗੇ ਦੇ ਸੋਹਿਲੇ ਗਾ ਕੇ ਆਪਣੀ ਕੁੱਖ ਤੇ ਦੁੱਧ ਰਾਹੀਂ ਸੁਤੰਤਰਤਾ ਵਿੱਚ ਜੀਵਨ ਦੇ ਮਨੁੱਖਤਾ ਦੇ ਆਦ ਅਧਿਕਾਰ ਲਈ ਗੁਲਾਮ ਹੋ ਚੁੱਕੇ ਮਨੁੱਖ ਦੀ ਮਾਨਸਿਕਤਾ ਨੂੰ ਪ੍ਰਭੂਤਾ ਸੰਪੰਨ ਸਿੱਖੀ ਵੇਗ ਦੀ ਅਕਾਲ ਸੁਤੰਤਰਤਾ ਰਾਹੀਂ ਸਿੰਜਦੀਆਂ ਹਨ। ਦੂਜੇ ਪਾਸੇ ਗੁਲਾਮ ਹੋ ਚੁੱਕੀ ਹਿੰਦੂਵਾਦੀ ਬ੍ਰਾਹਮਣੀ ਅਤੇ ਹਿੰਦੂਤਵਧਾਰੀ ਮਾਨਸਿਕਤਾ ਮੁਗਲ ਹਕੂਮਤ ਦੇ ਗੁਲਾਮ ਇਹਨਾਂ ਖਾਲਸਤਾਈ ਸੂਰਜਾਂ ਦੇ ਸੁਤੰਤਰ ਸੌਰ ਮੰਡਲ ਨੂੰ 80-80 ਸੋਨੇ ਦੀਆਂ ਮੋਹਰਾਂ ਬਦਲੇ ਚੁਣ ਕੇ ਹਕੂਮਤ ਰਾਹੀਂ ਸ਼ਹੀਦ ਕਰਵਾਉਂਦੀ ਰਹੀ ਹੈ। ਇੱਕ ਮਨੁੱਖੀ ਨਸਲ ਮਾਂ ਦੀ ਕੁੱਖ ਵਿੱਚੋਂ ਹੀ ਮਾਨਵੀ ਸੁਤੰਤਰਤਾ ਹਿੱਤ ਆਪਣੀ ਆਹੂਤੀ ਦਿੰਦੀਆਂ ਜਾਂਦੀਆਂ ਹਨ ਤੇ ਦੂਜੀ ਗੁਲਾਮ ਮਨੁੱਖੀ ਨਸਲ ਇਸ ਦਾ ਨਸਲ ਘਾਤ ਕਰਵਾਉਂਦੀ ਅਤੇ ਕਰਦੀ ਜਾਂਦੀ ਹੈ। ਇਸ ਨੂੰ ਸਰਬਪੱਖੀ ਆਧਾਰ ਤੇ ਉਘੇੜਿਆ ਜਾਣਾ ਚਾਹੀਦਾ ਹੈ, ਕਿਉਂਕਿ ਖਾਲਸਾ ਨਿਰਸਵਾਰਥ ਰੂਪ ਵਿੱਚ ਸ਼ੁੱਧਤਾ ਨਾਲ ਕੇਵਲ ਮਨੁੱਖ ਦੀ ਸੁਤੰਤਰਤਾ ਖਾਤਰ ਮਨੁੱਖਤਾ ਲਈ ਇੰਜ ਸ਼ਿਕਾਰ ਬਣਦਾ ਹੋਇਆ ਵੀ ਆਲਮੀ ਮਨੁੱਖੀ ਆਜ਼ਾਦੀ, ਸੁਤੰਤਰਤਾ, ਭਰਾਤਰੀ ਭਾਵ, ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਹਿੱਤ
ਸੰਪ੍ਰਭੁਤਾ ਦੇ ਦਰ ਤੇ 21ਵੀਂ ਸਦੀ ਵਿੱਚ ਆਣ ਖੜਦਾ ਹੈ। ਖਾਲਸਾ ਲਗਾਤਾਰ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਦਾ ਆ ਰਿਹਾ ਹੈ। ਇਹ ਸਰਬੰਸ ਦਾਨ ਮਨੁੱਖ ਦੀ ਪ੍ਰਭੂ ਸੰਪੰਨ ਪ੍ਰਭੁਤਾ ਦੀ ਹੋਂਦ, ਉਸ ਵਿਚਲੀ ਸੁੱਚੀ ਮਾਨਸਿਕਤਾ ਅਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਵਿਚਰਨ ਵਾਲੇ ਅਤੇ ਹੁਕਮ ਨੂੰ ਮੰਨਣ ਵਾਲੇ ਦੇਸ਼ ਕਾਲ ਦੀ ਬਹਾਲੀ ਲਈ ਹੀ ਹੈ। ਜਿਸ ਦੇਸ਼ ਕਾਲ ਵਿੱਚ ਖਾਲਸਾ ਰਾਜ ਕਰੇਗਾ, ਖਾਲਸਾ ਦੇ ਸੰਕਲਪ ਵਿੱਚ ਵਿਵਸਥਾ ਦੀ ਅਜਿਹੀ ਸਥਾਪਤੀ ਕਰਨਾ ਲੋਚਦਾ ਹੈ ਜਿਸ ਵਿੱਚ ਸੱਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜਿਉ ਦੇ ਅਸੂਲ ਨੂੰ ਪ੍ਰਵਾਨ ਕਰਵਾਇਆ ਜਾਵੇ। ਏਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ, ਏਕ ਪਿਤਾ ਏਕਸ ਕੇ ਹੰਬਾਰਕ ਤੂੰ ਮੇਰਾ ਗੁਰਹਾਈ ਦੀ ਬੁਨਿਆਦੀ ਵਿਹਾਰਕਤਾ ਰਾਹੀਂ ਧਰਤੀ ਨੂੰ ਅਜਿਹਾ ਸੁਹਾਵਣਾ ਬਣਾ ਦਿੱਤਾ ਜਾਵੇ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਰਾਜ ਸੱਤਾ ਅਸਥਾਪਿਤ ਕੀਤੀ ਜਾ ਸਕੇ। ਇਸ ਰਾਜ ਸੱਤਾ ਦਾ ਹਕੀਕੀ ਵਰਤਾਰਾ ਰਾਜ ਅਤੇ ਦੇਸ਼ ਕਾਲ ਦੀ ਖਾਲਸਤਾਈ ਵਿਵਸਥਾ, ਖਾਲਿਸਤਾਨ ਦੀ ਵਿਵਹਾਰਕ ਪ੍ਰਣਾਲੀ ਨਾਲ ਹੀ ਹੈ। ਸਿੱਖ ਅਰਦਾਸ ਦਾ ਅਟੁੱਟ ਅੰਗ ਇਸੇ ਲਈ ਸਥਾਪਿਤ ਕੀਤਾ ਗਿਆ ਹੈ, ਰਾਜ ਕਰੇਗਾ ਖਾਲਸਾ। ਜਿਵੇਂ ਕਿ ਪੂੰਜੀਵਾਦੀ ਜਾਂ ਸਾਮਵਾਦੀ ਅਥਵਾ ਸਮਾਜਵਾਦੀ ਜਾਂ ਫੈਡਰਲ ਢਾਂਚੇ ਰਾਹੀਂ ਰਾਜ ਦੇ ਪ੍ਰਬੰਧਕੀ ਨਿਜ਼ਾਮ ਦੀ ਕਲਪਨਾ ਨੂੰ ਸਾਕਾਰ ਕੀਤਾ ਜਾਂਦਾ ਹੈ, ਠੀਕ ਇੰਜ ਹੀ ਰਾਜ ਕਰੇਗਾ ਖਾਲਸਾ ਖਾਲਸੇ ਦੀ ਆਪਣੀ ਇੱਕ ਰਾਜਸੀ ਪ੍ਰਬੰਧਕੀ ਪ੍ਰਣਾਲੀ ਦੀ ਸੰਪੂਰਨ ਵਿਆਖਿਆ ਹੈ, ਜਿਸ ਲਈ ਇਹ ਆਵਸ਼ਕ ਨਹੀਂ ਕਿ ਇਹ ਸਿਰਫ ਤੇ ਸਿਰਫ ਸਿੱਖਾਂ ਲਈ ਹੀ ਹੈ। ਇਸ ਨੂੰ ਦੁਨੀਆ ਭਰ ਵਿੱਚ ਕਿਤੇ ਵੀ ਮਨੁੱਖਤਾ ਦੇ ਭਲੇ ਅਤੇ ਉਸ ਦੀ ਬਰਾਬਰੀ, ਭਰਾਤਰੀ ਭਾਵ, ਸਹਿਜ ਅਤੇ ਸਾਂਝੀਵਾਲਤਾ ਦੇ ਨਾਲ-ਨਾਲ ਸੰਤੋਖ ਅਤੇ ਸ਼ਾਂਤੀ ਲਈ, ਮਨੁੱਖੀ ਵੰਡੀਆਂ ਦੇ ਖਾਤਮੇ ਲਈ ਸੁਤੰਤਰ ਹਿੱਤ ਅਪਣਾਈ ਜਾ ਸਕਦੀ ਹੈ। ਪੰਥ ਖਾਲਸੇ ਦੀ ਇਸ ਖਾਲਿਸਤਾਈਤਾ ਦੀ ਬੁਨਿਆਦ ਹੀ ਸਮਾਨ ਹੱਕਾਂ, ਹਿੱਤਾਂ ਅਤੇ ਆਦਰਸ਼ਾਂ ਵਾਲਾ ਭਾਈਚਾਰਾ ਅਸਥਾਪਿਤ ਕਰਨਾ ਹੈ। ਮਨੁੱਖ ਅਤੇ ਮਨੁੱਖ ਵਿਚਕਾਰ ਇੱਕ ਅਜਿਹਾ ਬਰਾਦਰਾਨਾ ਰਿਸ਼ਤਾ ਘੜਨਾ ਜਿਸ ਦੀ ਕੀ ਬੁਨਿਆਦ ਹੀ ਨਿਰਭਉ ਅਤੇ ਨਿਰਵੈਰ ਤੇ ਟਿਕੀ ਹੈ। ਅਜਿਹੀ ਰਾਜ ਵਿਵਸਥਾ ਦੀ ਖਾਲਿਸਤਾਨੀ ਨਕਾਸ਼ੀ ਹੈ ਹਲੇਮੀ ਰਾਜ ਵਿਵਸਥਾ। ਇਸੇ ਸਰਬ ਕਲਿਆਣਕਾਰੀ ਵਿਵਸਥਾ ਦਾ ਸੰਖੇਪਤ ਭਾਵ ਹੈ ਸਰਕਾਰੇ ਖਾਲਸਾ ਜਾਂ ਪੰਥਕ ਗਣਰਾਜ। ਖਾਲਸੇ ਦੇ ਅਜਿਹੇ ਸੰਘੀ ਰੂਪ ਦਾ ਵਰਤਾਰਾ ਹੀ ਰਾਜ ਕਰੇਗਾ ਖਾਲਸਾ ਹੈ, ਜਿਸ ਦਾ ਨਿਜ਼ਾਮ ਅਤੇ ਅਰਥਚਾਰਾ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਤੇ ਆਧਾਰਿਤ ਹੈ। ਇਸੇ ਲਈ ਹੀ ਮਿਸਲਾਂ ਦੀ ਸਥਾਪਨਾ ਵਿੱਚੋਂ ਦੀ ਹੁੰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਮੁਗਲ ਕਾਲੀਨ ਪੰਜਾਬ ਉੱਪਰ ਆਪਣਾ ਕੇਸਰੀ ਪਰਚਮ ਲਹਿਰਾ ਦਿੱਤਾ। ਇੰਜ ਪੰਜਾਬ ਸੰਪੂਰਨ ਤੌਰ ਤੇ ਸਿੱਖਾਂ ਦੇ ਕਬਜ਼ੇ ਅਤੇ ਰਾਜ ਅਧੀਨ ਹੋ ਜਾਂਦਾ ਹੈ। ਇੱਕ ਸਿੱਖ ਸਮਰਾਟ ਦਾ ਇੰਜ ਉਦੈ ਹੁੰਦਾ ਹੈ ਜਿਸ ਦੀ ਸਲਤਨਤ ਵਿੱਚ ਰਿਆਇਆ ਖੁਸ਼ ਅਤੇ ਬੇਖੌਫ ਵਿਚਰਦੀ ਹੈ। ਇੰਜ ਮਹਾਰਾਜਾ ਰਣਜੀਤ ਸਿੰਘ ਭਾਰਤ ਦਾ ਮੂਲ ਵਸਨੀਕ ਹੁੰਦੇ ਹੋਏ ਉਹ ਆਖਰੀ ਭਾਰਤੀ ਸਮਰਾਟ ਹੈ ਜਿਸ ਦਾ ਰਾਜ ਅਤੇ ਦੇਸ਼ ਕਾਲ ਅੰਗਰੇਜ਼ ਹਾਕਮ ਡੋਗਰਿਆਂ ਅਤੇ ਬ੍ਰਾਹਮਣਾਂ ਦੀ, ਹਿੰਦੂ ਰਾਜਿਆਂ ਤੇ ਉਹਨਾਂ ਦੀ ਹਿੰਦੂ ਸੈਨਾ ਦੀ ਗੱਦਾਰੀ ਕਰਕੇ ਆਪਣੇ ਪ੍ਰਬੰਧਕੀ ਨਿਜ਼ਾਮ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਹੁੰਦੇ ਹਨ। ਹਿੰਦੂਤਵਵਾਦੀ ਸੋਚ ਦੀ ਅਜਿਹੀ ਘਿਰਣਤ ਗੱਦਾਰੀ ਕਰਕੇ ਹੀ ਅੱਜ ਭਾਰਤ ਵਿੱਚ ਵਿਦੇਸ਼ੀ ਮੁਗਲ ਸਮਰਾਟ ਨੂੰ ਦੇਸ਼ ਦਾ ਆਖਰੀ ਸਮਰਾਟ ਸਹਿਕਾਰ ਕਰਨ ਨੂੰ ਤਾਂ ਤਿਆਰ ਹੈ, ਪਰ ਸਿੱਖ ਨੂੰ ਨਹੀਂ। ਜਿਸ ਤੋਂ ਭਰਮ ਪੈਦਾ ਕਰਨ ਵਾਲੀ ਬਿਮਾਰ ਹਿੰਦੂਤਵ ਦੀ ਅਲੰਬਰਦਾਰ ਮਾਨਸਿਕਤਾ ਦਾ ਅਸਲ ਨਿਸ਼ਚਾ ਸੁੱਤੇ ਸਿੱਧ ਹੀ ਪ੍ਰਗਟ ਹੁੰਦਾ ਹੈ। ਇਸੇ ਬਿਮਾਰੀ ਦੇ ਕੀਟਾਣੂ ਹੀ ਖਲਕਤ ਨੂੰ ਗੁਰਮਤ ਦੀ ਸਰਬ ਕਲਿਆਣਕਾਰੀ ਪ੍ਰਣਾਲੀ ਨੂੰ ਗਲ ਲਾਉਣ ਤੋਂ ਡਰਾਉਂਦੇ ਹਨ। ਲੀਡਰ ਹੀ ਨਹੀਂ, ਪ੍ਰਸ਼ਾਸਨ ਵੀ ਆਪਣੀ ਭ੍ਰਿਸ਼ਟਤਾ ਦੇ ਖਾਤਮੇ ਦੇ ਭੈ ਕਰਕੇ ਇਸ ਤੋਂ ਸਭ ਨੂੰ ਡਰਾਈ ਫਿਰਦਾ ਹੈ। ਇਹ ਹਿੰਦੂ ਮਾਨਸਿਕਤਾ ਵਿਦੇਸ਼ੀ ਧਾੜਵੀ ਨਿਰੰਕੁਸ਼ ਮੁਗਲ ਰਾਜਸ਼ਾਹੀ ਦੇ ਬਾਦਸ਼ਾਹ ਜਫਰ ਨੂੰ ਤਾਂ ਸਵੀਕਾਰ ਕਰਦੀ ਹੈ, ਪਰ ਇਸ ਧਰਤੀ ਦੇ ਜੰਮਪਲ ਧਰਤੀ ਪੁੱਤਰ ਜੋ ਆਪਣੀ ਮਾਂ ਧਰਤੀ ਦੀ ਸੁਤੰਤਰਤਾ ਲਈ ਅੰਤਮ ਲੜਾਈ ਦੂਜੇ ਵਿਦੇਸ਼ੀ ਪੂੰਜੀਵਾਦੀ ਅੰਗਰੇਜ਼ ਬਾਦਸ਼ਾਹਤ ਦੀ ਨਿਰੰਕੁਸ਼ ਗੁਲਾਮੀ ਤੋਂ ਦੇਸ਼ ਨੂੰ ਬਚਾਉਣਾ ਤੇ ਸੁਤੰਤਰ ਰੱਖਣਾ ਚਾਹੁੰਦਾ ਹੈ, ਨੂੰ ਹਿੰਦੂ ਮਾਨਸਿਕਤਾ ਸਵੀਕਾਰਨ ਨੂੰ ਤਿਆਰ ਨਹੀਂ। ਅਫਸੋਸ ਇਹ ਹੈ ਕਿ ਆਪਣੇ ਆਪ ਨੂੰ ਸੈਕੂਲਰ ਦੱਸਣ ਵਾਲਾ ਦੇਸ਼ ਭਾਰਤ ਵੀ ਇਸੇ ਹਿੰਦੂ ਮਾਨਸਿਕਤਾ ਦੀ ਸੰਕੀਰਣਤਾ ਨਾਲ ਗਰਸਿਆ ਪਿਆ ਹੈ। ਇਹ ਹਿੰਦੂ ਮਾਨਸਿਕਤਾ ਦੀ ਸਦੀਵ ਕਾਲੀ ਸੰਕੀਰਣਤਾ ਵਿਚਲੀ ਸੁਭਾਵਕ ਫਿਰਕਾ ਪ੍ਰਸਤੀ ਦੀ ਮੂੰਹ ਬੋਲਦੀ ਸੱਚਾਈ ਹੈ। ਇਹੋ ਸੱਚਾਈ ਹੀ ਆਟੋਕ੍ਰੈਟਿਕ ਏਕਾ ਕੇਂਦਰਿਤ ਤਾਨਾਸ਼ਾਹੀ ਹਿੰਦੂਤਵ ਦਾ ਆਤਮਕ ਕਿਰਦਾਰ ਹੈ।
ਸਭ ਤੋਂ ਵੱਡੀ ਤਰਾਸਦੀ ਹੀ ਇਹ ਬਣ ਚੁੱਕੀ ਹੈ ਕਿ ਇਸ ਫਿਰਕਾ ਪ੍ਰਸਤੀ ਦੀ ਆਤਮਾ ਦੇ ਗੁਲਾਮ ਬਣ ਚੁੱਕੇ ਸਿੱਖ ਇਸ ਏਕਾ ਕੇਂਦਰਿਤ ਆਟੋਕ੍ਰੈਟਿਕ ਸੈਕੂਲਰਿਜ਼ਮ ਨੂੰ ਆਪਣੇ ਆਪ ਨੂੰ ਲਿਬਰਲ ਦਿਖਾਉਣ ਲਈ ਗਿਲਾਨੀ ਭਰਪੂਰ ਭਾਵਨਾਵਾਂ ਦਾ ਸ਼ਿਕਾਰ ਹੋ ਕੇ ਆਪਣੇ ਆਪ ਤੇ ਅਪਰਾਧ ਨਾਲੋਂ ਵੀ ਵੱਡੇ ਜ਼ੁਲਮ ਵਾਂਗ ਖੁਦ ਹੀ ਤੇ ਆਪੇ ਹੀ ਲਾਗੂ ਕਰੀ ਫਿਰਦੇ ਹਨ, ਜਿਸ ਨੇ ਸਿੱਖਾਂ ਨੂੰ ਆਪਣੀ ਮੌਲਿਕ ਸੁਤੰਤਰ ਅੱਡਰੀ ਹੋਂਦ ਅਤੇ ਵਿਚਾਰਧਾਰਕ ਵਿਲੱਖਣਤਾ ਨੂੰ ਸਵੈ-ਮਾਨ ਨਾਲ ਸਵੀਕਾਰਨ ਅਤੇ ਇਸ 'ਤੇ ਮਾਣ, ਫਖਰ ਅਤੇ ਇੱਜ਼ਤ ਮਹਿਸੂਸ ਕਰਨ ਤੋਂ ਹੀ ਥੜਕਾ ਦਿੱਤਾ ਹੈ। ਸਿੱਖਾਂ ਦੀ ਮਾਨਸਿਕਤਾ ਵਿੱਚ ਇਹ ਡਰ ਦੀ ਹੱਦ ਤੱਕ ਬੈਠ ਚੁੱਕੀ ਢਾਓ ਪ੍ਰਵਿਰਤੀ ਦਾ ਪ੍ਰਤੱਖ ਪ੍ਰਮਾਣ ਹੈ। ਅਸਲ ਵਿੱਚ ਭਾਰਤੀ ਉਪ ਮਹਾਦੀਪ ਵਿੱਚ ਵਿਦੇਸ਼ੀ ਰਾਜਸੀ ਅਤੇ ਸਮਾਜੀ ਗੁਲਾਮੀ ਤੋਂ ਸੁਤੰਤਰਤਾ ਹਾਸਲ ਕਰਨ ਦੀ ਪਹਿਲ ਸ਼ਬਦ ਦੇ ਖੰਡੇ ਰਾਹੀਂ ਅਕਾਲ ਦੀ ਸੱਤਾ ਵਿੱਚ ਆਉਣ ਹਿੱਤ ਗੁਰੂ ਨਾਨਕ ਸਾਹਿਬ ਕਰਦੇ ਹਨ। ਇਸ ਤੋਂ ਪਹਿਲਾਂ ਵਿਲਾਸਤਾ ਦੇ ਗਰਕ ਵਿੱਚ ਮਦਹੋਸ਼ ਸਮਾਜ ਆਪਣੀ ਹੋਂਦ ਨੂੰ ਗਵਾ ਚੁੱਕਾ ਸੀ। ਮਨੁੱਖ ਹੁੰਦਾ ਹੋਇਆ ਵੀ ਮਨੁੱਖ ਨਹੀਂ ਸੀ ਰਿਹਾ, ਤਾਂ ਹੀ ਬ੍ਰਾਹਮਣ ਦੂਜੇ ਮਨੁੱਖ ਦੇ ਕੰਨ ਵਿੱਚ ਸ਼ੀਸ਼ਾ ਭਰਨ ਦਾ ਦੰਭ ਕਰਦਾ ਸੀ ਅਤੇ ਮੁਗਲ ਬ੍ਰਾਹਮਣ ਦੇ ਹਿੰਦੂ ਸਮਾਜ ਦੇ ਮੂੰਹ ਵਿੱਚ ਥੁੱਕਣ ਦਾ ਹੱਕ ਵਜਾਉਂਦਾ ਸੀ। ਅਜੋਕੀ ਸਮਾਜਿਕ ਅਤੇ ਰਾਜਸੀ ਬਣਤਰ ਵਿੱਚੋਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਨੁੱਖ ਨੂੰ ਕੱਢ ਕੇ ਰਾਜ ਕਰੇਗਾ ਖਾਲਸਾ ਦੀ ਉੱਚੀ ਅਤੇ ਸੁੱਚੀ ਅਵਸਥਾ ਤੱਕ ਲੈ ਕੇ ਆਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸੇ ਨਿਮਿਤ ਉਚਾਰੀ ਗਈ ਬਾਣੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਸਿੱਖ ਕੌਮੀਅਤਾਂ ਨੂੰ ਮੰਨਣ ਵਾਲੇ ਅਤੇ ਗੁਰੂ ਗ੍ਰੰਥ, ਗੁਰੂ ਪੰਥ ਸਾਹਿਬ ਦੇ ਸੰਕਲਪ ਦੇ ਅਧਿਆਤਮਕ, ਨੈਸਰਗਿਕ, ਸੱਭਿਅਤਾ, ਮਰਿਆਦਾ, ਅਨੁਸ਼ਾਸਨ, ਸਮਾਜਿਕ ਨਿਸ਼ਚੇ ਅਤੇ ਇਸ ਦੇ ਅਕਾਲ ਅਰਥਾਤ ਰੱਬੀ ਵਰਤਾਰੇ ਹਿੱਤ ਉਦੇਸ਼ਾਂ ਦੀ ਪ੍ਰਾਪਤੀ ਦਾ ਮਾਰਗ ਦਰਸ਼ਨ ਕਰਦੀ ਹੈ। ਇਸ ਦਾ ਸਪਸ਼ਟ ਨਿਰਦੇਸ਼ ਹੈ ਕਿ ਨਾਨਕ ਨਾਮ ਲੇਵਾ ਸਿੱਖ ਹਮੇਸ਼ਾ ਸੁਤੰਤਰ ਅਤੇ ਪ੍ਰਭੂਤਾ ਸੰਪੰਨ ਰਹਿਣਗੇ। ਜੋ ਅੱਜ ਇਸ ਸੱਤਿਆ ਤੋਂ ਭੱਜਦੇ ਹਨ ਉਹ ਵੀ ਸਭ ਇਸ ਨੂੰ ਪ੍ਰਵਾਨ ਕਰਨਗੇ। ਦੁਨੀਆ ਭਰ ਨੂੰ ਖਾਲਸੇ ਦੇ ਰਾਜ ਦੇ ਸੰਕਲਪ ਰਾਹੀਂ ਸ਼ਾਂਤੀ, ਸੁਰੱਖਿਆ ਅਤੇ ਮਨੁੱਖ ਦੀ ਮਨੁੱਖਤਾ ਨੂੰ ਜੀਵੰਦਾ ਰੱਖਣ ਦੀ ਜਾਮਣ ਪਹਿਰੇਦਾਰ ਸਰਕਾਰ ਮਿਲੇਗੀ। ਇਸ ਦਾ ਸਿੱਧਾ ਅਤੇ ਬੇਲਾਗ ਨਿਰਦੇਸ਼ ਇਹ ਹੈ ਕਿ ਗੁਰਮਤ ਅਨੁਰੂਪ ਸਮਾਜਿਕ ਅਤੇ ਅਧਿਆਤਮ ਬਣਤਰ ਨੂੰ ਅਸਥਾਪਿਤ ਕਰਨ ਦੇ ਲਕਸ਼ ਨੂੰ ਹਾਸਲ ਕਰਨ ਦਾ ਕਰਤੱਵ ਉਦੋਂ ਤੱਕ ਸੰਭਵ ਹੀ ਨਹੀਂ ਹੈ ਜਦ ਤੱਕ ਕਿ ਇਸ ਨਿਸ਼ਾਨੇ ਨੂੰ ਹਾਸਲ ਕਰਨ ਹਿੱਤ ਇਸੇ ਨਿਸ਼ਚੇ ਦੀ ਧਾਰਨੀ ਅਕਾਲ ਨਮਿਤ ਖਾਲਸਾਈ ਰਾਜ ਸੱਤਾ ਅਤੇ ਇਸ ਦੀ ਰਾਜ ਪ੍ਰਣਾਲੀ ਹੋਂਦ ਵਿੱਚ ਨਾ ਹੋਵੇ। ਸਿੱਖ ਦੀ ਅਰਦਾਸ ਵਿੱਚ ਇਸ ਸੰਕਲਪ ਨੂੰ ਹਮੇਸ਼ਾ ਲਈ ਸ਼ਾਮਲ ਕਰਨ ਦਾ ਇਹ ਹੀ ਉਦੇਸ਼ ਹੈ। ਖਾਲਸਾਈ ਸੱਤਾ ਦਾ ਹਾਸਲ ਕਰਨਾ ਸਿੱਖਾਂ ਲਈ ਆਪਣੇ ਧਾਰਮਿਕ ਮਰਿਆਦਾ ਦਾ ਪਾਲਣ ਕਰਨ ਹਿੱਤ ਪੰਥਕ ਰਹਿਣੀ ਦਾ ਇੱਕ ਅਟੁੱਟ ਅੰਗ ਹੈ। ਰਾਜ ਵਿਵਸਥਾ, ਸਮਾਜ ਨਿਆਂ ਪ੍ਰਣਾਲੀ, ਆਰਥਿਕ ਪ੍ਰਬੰਧ ਅਤੇ ਮਨੁੱਖੀ ਕਿਰਦਾਰ ਦੀ ਗੁਰਮਤ ਅਨੁਕੂਲ ਕਾਇਆ ਪਲਟ ਕਰਨ ਹਿੱਤ ਅਤੇ ਸੁਧਾਰ ਲਿਆਉਣ ਹਿੱਤ ਗੁਰ ਹੁਕਮ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਅਤੇ ਜਿਸ ਕਾ ਰਾਜ ਤਿਸੈ ਕਾ ਸੁਪਨਾ ਖਾਲਸੇ ਨੂੰ ਸੰਪ੍ਰਭੂਤਾ ਸੰਪੰਨ ਸੁਤੰਤਰ ਰਾਜ ਕਾਇਮ ਕਰਨ ਹਿੱਤ ਉਚਿਤ ਅਤੇ ਕਿਰਿਆਸ਼ੀਲ ਰੱਬੀ ਆਧਾਰ ਪ੍ਰਦਾਨ ਕਰਦਾ ਹੈ। ਗੁਰਮਤ ਤੋਂ ਸਿਵਾ ਵਿਸ਼ਵ ਵਿੱਚ ਮਨੁੱਖੀ ਕਲਿਆਣਕਾਰੀ, ਮਨੁੱਖੀ ਆਜ਼ਾਦੀ, ਸਰਬ ਪ੍ਰਵਾਨਿਤ ਅਤੇ ਸਰਬ ਰੱਖਿਅਕ ਨਿਰਵੈਰ ਮਾਰਗ ਹੋਰ ਕੋਈ ਨਹੀਂ ਮਿਲਦਾ। ਇਹ ਅਧਿਆਤਮਿਕਤਾ, ਸੱਭਿਅਤਾ ਅਤੇ ਸਮਾਜਿਕਤਾ ਦਾ ਰੱਬੀ ਸੁਮੇਲ ਹੈ ਜਿਸ ਦਾ ਪਸਾਰਾ ਏਕ ਪਿਤਾ ਦੀ ਇੱਕ ਰੂਪ ਸੰਤਾਨ ਭਾਵ ਮਨੁੱਖਤਾ ਵਿੱਚ ਵਿਆਪਤ ਹੈ। ਤਖਤ ਸਲਾਮ ਹੋਵੇ ਦਿਨ ਰਾਤੀ ਦਾ ਹਕੀਕੀ ਵਰਤਾਰਾ ਹੀ ਇਹ ਹੈ ਕਿ ਦੁਨੀਆ ਹਮੇਸ਼ਾ ਤਾਕਤ ਨਾਲ ਹਥਿਆਈ ਸੱਤਾ, ਸਰਬ ਸ਼ਕਤੀ ਧਾਰੀ ਦੀ ਪਹਿਚਾਣ, ਮਰਿਆਦਾ ਅਤੇ ਸਿਧਾਂਤ ਵੱਲ ਉਲਰਦੀ ਹੈ ਅਤੇ ਉਸ ਨੂੰ ਅਪਣਾ ਲੈਂਦੀ ਹੈ। ਤਖਤ ਦੀ ਸੱਤਾ ਦਾ ਪਸਾਰਾ ਹੀ ਇਸ ਵਿੱਚ ਹੈ ਕਿ ਉਸ ਦਾ ਅਨੁਸਰਨ ਕੀਤਾ ਜਾਵੇ। ਅਕਾਲ ਤਖਤ ਦੇ ਨਿਰਮਾਣ ਪਿਛਲਾ ਬੁਨਿਆਦੀ ਸਿਧਾਂਤ ਹੀ ਇਹੋ ਹੈ ਕਿ ਮਨੁੱਖ ਅਕਾਲ ਦੀ ਸੱਤਾ ਦਾ ਅਨੁਸਰਨ ਉਸ ਦੇ ਹੁਕਮ ਅਨੁਸਾਰ ਕਰੇ। ਮਨੁੱਖ ਨੂੰ ਇਸ ਸੰਕਲਪ ਦਾ ਧਾਰਨੀ ਬਣਾਉਣ ਦਾ ਨੀਤੀ ਨਿਰਦੇਸ਼ਕ ਸਿਧਾਂਤ ਹੀ ਹੈ ਰਾਜ ਕਰੇਗਾ ਖਾਲਸਾ। ਇੰਜ ਰਾਜ ਕਰੇਗਾ ਖਾਲਸਾ ਸਿੱਖ ਦੀ ਦਿੱਖ ਅਤੇ ਹਸਤੀ ਦਾ ਰੋਲ ਮਾਡਲ ਵੀ ਹੈ। ਇਹ ਵੰਡੀਆਂ ਵਿੱਚ ਵੰਡੇ ਜਾ ਚੁੱਕੇ ਦੁਨਿਆਵੀ ਮਨੁੱਖ ਅਤੇ ਖਾਲਸੇ ਦੇ ਆਦਰਸ਼ਕ ਰੱਬੀ ਮਨੁੱਖ ਵਿਚਲੀ ਵਿੱਥ ਦਾ ਪੂਰਕ ਹੈ ਜਿਸ ਦਾ ਨਾਅਰਾ ਹੈ ਆਜ਼ਾਦ ਹੈ ਆਜ਼ਾਦ ਹੈ। ਇਸ ਦੀ ਜੁਗਤ ਸਥਾਪਿਤ ਕਰਨ ਅਤੇ ਲੋਕਾਈ ਤੇ ਲਾਗੂ ਕਰਨ ਦੀ ਜ਼ਿੰਮੇਵਾਰੀ ਦਾ ਹੀ ਸਿਧਾਂਤ 1708 ਵਿੱਚ ਗੁਰਿਆਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋਤ ਸਰੂਪ ਵਿੱਚ ਅਤੇ ਸਰੀਰ ਰੂਪ ਵਿੱਚ
ਹੁਕਮ ਦਾ ਵਰਤਾਰਾ ਕਰਨ ਦੀ ਜ਼ਿੰਮੇਵਾਰੀ ਸਰੀਰ ਜੁਗਤ ਪੰਥ ਵਿੱਚ ਸਮੂਹਿਤ ਕੀਤੀ ਗਈ ਹੈ। ਜੋਤ ਅਤੇ ਜੁਗਤ ਦਾ ਇਹੋ ਗੁਰਿਆਈ ਦਾ ਸਿਧਾਂਤ ਹੈ। ਸਿੱਖ ਨੂੰ ਇਹ ਸੰਕਲਪ ਰਾਜ ਕਰੇਗਾ ਖਾਲਸਾ ਦਾ ਨਿਸ਼ਚਾ ਸਮਝਾਉਂਦਾ ਹੈ। ਇਹ ਸੰਕਲਪ ਇਸ ਗੱਲ ਤੇ ਵੀ ਨਾਲ ਹੈਰਾਨ ਵੀ ਹੈ ਕਿ ਸਿੱਖ ਸਮਝਦਾ ਕਿਉਂ ਨਹੀਂ। ਆਕੀ ਰਹੇ ਨਾ ਕੋਏ ਦੇ ਆਦੇਸ਼ ਤੋਂ ਬਾਅਦ ਸਪਸ਼ਟ ਨਿਰਦੇਸ਼ ਵੀ ਇਸੇ ਵਿੱਚ ਹੀ ਦਿੱਤਾ ਗਿਆ ਹੈ ਕਿ ਖੁਆਰ ਹੋਏ ਸਭ ਮਿਲेंगे, ਬਚੇ ਸਰਨ ਜੋ ਹੋਏ। ਰਾਹੀਂ ਭਵਿੱਖਤ ਐਲਾਨ ਹੈ ਕਿ ਜੋ ਅਕਾਲ ਦੀ ਸੱਤਾ ਦੇ ਹੁਕਮ ਦੀ ਸ਼ਰਨ ਵਿੱਚ ਆਉਣਗੇ, ਅਕਾਲ ਦੀ ਰਜਾ ਉਸੇ ਨੂੰ ਹੀ ਗਲ ਲਾਵੇਗੀ। ਖਾਲਸੇ ਦਾ ਇਹੋ ਚੜ੍ਹਦੀ ਕਲਾ ਦਾ ਵਰਤਾਰਾ ਹੈ। ਇਹ ਇੱਕ ਸੰਪੂਰਨ ਅਕਾਲ ਨੂੰ ਪ੍ਰਣਾਈ, ਰਾਜਨੀਤਿਕ ਪ੍ਰਣਾਲੀ ਅਤੇ ਸੱਭਿਅਤਾ ਦਾ ਖਾਲਸਤਾਈ ਸਵਰੂਪ। ਖਾਲਿਸਤਾਨ ਮਨੁੱਖਤਾ ਦੀ ਆਲਮੀ ਹੋਂਦ ਲਈ ਭੇਦ ਭਾਵ ਰਹਿਤ ਅਤੇ ਨਿਆਂਪੂਰਕ ਕੌਮਾਂਤਰੀ ਅਗਵਾਈ ਦਾ ਵਿਹਾਰਕ, ਲੋਕਤੰਤਰੀ ਗਣਰਾਜੀ ਨੈਸਰਗਿਕ ਅਤੇ ਕੁਦਰਤੀ ਗਣਰਾਜ ਦੇ ਰੂਪ ਵਿੱਚ ਗੁਣਤੰਤਰੀ ਰਾਸ਼ਟਰ ਦਾ ਲੋਕਤੰਤਰੀ ਬਦਲ ਹੈ, ਜੋ ਨਿਰਭਉ ਅਤੇ ਨਿਰਵੈਰ ਕੌਮਾਂਤਰੀ ਭਾਈਚਾਰੇ ਦੇ ਗਠਨ ਦੀ ਗਰੰਟੀ ਹੈ। ਇਸ ਵਿੱਚ ਇਸ ਤੋਂ ਭੈਭੀਤ ਹੋਣਾ ਜਾਂ ਮੁਨਕਰ ਹੋਣਾ ਜਾਂ ਸ਼ੰਕਾਗ੍ਰਸਤ ਹੋਣਾ ਆਪਣੇ ਆਪ ਤੋਂ ਹੀ ਵਿਛੜ ਜਾਣ ਤੋਂ ਸਿਵਾ ਹੋਰ ਕੁਝ ਨਹੀਂ ਹੈ। ਆਪਣੇ ਆਪ ਤੋਂ ਵਿਛੜੀਆਂ ਅਜਿਹੀਆਂ ਦੇਹਾਂ ਨੂੰ ਮੁਰਦਾ ਕਿਹਾ ਜਾਂਦਾ ਹੈ। ਮੁਰਦਾਰ ਦਾ ਵਰਤਾਰਾ ਹਮੇਸ਼ਾ ਹੀ ਗਲਿਆ ਸੜਿਆ ਤੇ ਬਦਬੂ ਮਾਰਦਾ ਹੁੰਦਾ ਹੈ, ਜੋ ਹਮੇਸ਼ਾ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਪ੍ਰਦੂਸ਼ਣ ਫੈਲਾਉਂਦਾ ਹੈ। ਸਿਹਤਮੰਦ ਅਤੇ ਸੁਚੇਤ ਸਮਾਜਿਕ ਸਮੂਹ ਅਜਿਹੇ ਮਾਰੂ ਅਨਸਰਾਂ ਨੂੰ ਆਪਣੇ ਤੇ ਹਾਵੀ ਹੋਣ ਦੀ ਆਗਿਆ ਕਦੇ ਵੀ ਨਹੀਂ ਦੇ ਸਕਦਾ। ਰੱਬ ਦੀ ਸਰਬੋਤਮ ਸਿਰਜਣਾ ਮਨੁੱਖੀ ਸਮਾਜ ਨੂੰ ਮੁਰਦਾ ਨਹੀਂ ਬਣਾਇਆ ਜਾ ਸਕਦਾ ਤੇ ਨਾ ਹੀ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਧਰਤੀ ਤੇ ਇਸ ਦਾ ਨਿਗਰਾਨ ਸਿਰਫ ਖਾਲਸਾ ਹੀ ਹੈ, ਕਿਉਂਕਿ ਖਾਲਸਾ ਹੀ ਅਕਾਲ ਪੁਰਖ ਦਾ ਮੂਲ ਰੂਪ ਵਿੱਚ ਇੱਕਮਾਤਰ ਸੁੱਤ ਹੈ। ਖਾਲਸਾ ਅਕਾਲ ਵੰਸ਼ੀ ਹੈ। ਖਾਲਸਤਾਈ ਰਾਜ ਪ੍ਰਣਾਲੀ ਵਿਚਲੇ ਇਸ ਪੰਥਕ ਨਿਸ਼ਚੇ ਕੀ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਵਿੱਚੋਂ ਹੀ ਖਾਲਸਾ ਸੰਘ ਦੀ ਲੋਕਤੰਤਰੀ ਸੰਘੀ ਪੰਚਾਇਤੀ ਵਿਵਸਥਾ ਦੀ ਸੱਚੀ ਅਤੇ ਸ਼ੁੱਧ ਭਰੋਸੇਯੋਗ ਰਾਜਸੀ ਅਗਵਾਈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੇ ਵਿਸ਼ਵਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਵਿੱਚੋਂ ਹੀ ਦੁਨੀਆ ਨੂੰ ਮਿਲਦੀ ਹੈ। ਦੁਨੀਆ ਭਰ ਦੀਆਂ ਰਾਜਨੀਤੀ ਵਿਗਿਆਨ ਦੀਆਂ ਸੰਸਥਾਵਾਂ ਅਤੇ ਲੋਕ ਸ਼ਕਤੀਆਂ ਅਜਿਹੀ ਰਾਜਨੀਤਿਕ ਪ੍ਰਣਾਲੀ ਦੀ ਹੀ ਖੋਜ ਵਿੱਚ ਹਨ। ਖਾਲਸੇ ਦਾ ਰਾਜ ਦਾ ਪ੍ਰਬੰਧਕੀ ਢਾਂਚਾ। ਇਸੇ ਪ੍ਰਬੰਧਕੀ ਢਾਂਚੇ ਦੀ ਅਗਵਾਈ ਕਰਦਾ ਹੈ ਲਫ਼ਜ਼ ਖਾਲਿਸਤਾਨ। ਇੰਜ ਖਾਲਿਸਤਾਨ ਖਾਲਸੇ ਦੀ ਰਾਜਨੀਤਿਕ ਪ੍ਰਣਾਲੀ ਦਾ ਸਰਬ ਪ੍ਰਵਾਨਿਤ ਅਤੇ ਅਪਣਾਇਆ ਜਾ ਚੁੱਕਾ ਨਾਮ ਹੈ, ਜਿਸ ਨੂੰ ਦੁਨੀਆ ਵਿਚਲਾ ਹਰ ਸਮਾਜ ਆਪਣੇ ਕਲਿਆਣ ਉਥਾਨ ਲਈ ਅਪਣਾ ਸਕਦਾ ਹੈ। ਇਸ ਲਈ ਆਲਮੀ ਅਗਵਾਈ ਦੀ ਗਵਾਹੀ ਭਰਦਾ ਸਿਧਾਂਤ ਹੈ ਇਹ ਸੰਕਲਪ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ, ਜਿਸ ਦੇ ਰੋਲ ਮਾਡਲ ਦਾ ਨਾਮ ਹੀ ਹੈ ਖਾਲਿਸਤਾਨ। ਖਾਲਸਾਈ ਰਾਜ ਪ੍ਰਣਾਲੀ ਵਿਚਲੇ ਇਸ ਨਿਸ਼ਚੇ ਕੀ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਵਿੱਚੋਂ ਹੀ ਖਾਲਸਾ ਸੰਘ ਦੀ ਲੋਕਤੰਤਰੀ ਸੰਘੀ ਪੰਚਾਇਤੀ ਵਿਵਸਥਾ ਦੀ ਸੱਚੀ ਅਤੇ ਸ਼ੁੱਧ ਭਰੋਸੇਯੋਗ ਰਾਜਸੀ ਅਗਵਾਈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੇ ਵਿਸ਼ਵਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਦੇ ਧਾਰਨੀ ਨੀਤੀ ਸਿਧਾਂਤ ਖਾਲਿਸਤਾਨ ਵਿੱਚੋਂ ਹੀ ਦੁਨੀਆ ਨੂੰ ਮਿਲਦੀ ਹੈ। ਅਜਿਹੀ ਰਾਜਨੀਤਿਕ ਪ੍ਰਣਾਲੀ ਦੀ ਹੀ ਖੋਜ ਵਿੱਚ ਹਨ ਦੁਨੀਆ ਭਰ ਦੀਆਂ ਰਾਜਨੀਤੀ ਵਿਗਿਆਨ ਦੀਆਂ ਸੰਸਥਾਵਾਂ ਅਤੇ ਲੋਕ ਸ਼ਕਤੀਆਂ। ਸਮਾਜ ਦੇ ਪ੍ਰਬੰਧ ਅਤੇ ਨਿਜ਼ਾਮ ਦੀ ਸੁਚਾਰੂ ਤੇ ਸਰਬਪੱਖੀ ਵਿਉਂਤਬੰਦੀ ਦੀ ਖੋਜ ਦਾ ਹੀ ਜਵਾਬ ਹੈ ਖਾਲਸੇ ਦਾ ਰਾਜ ਦਾ ਪ੍ਰਬੰਧਕੀ ਢਾਂਚਾ ਖਾਲਿਸਤਾਨ। ਇੰਜ ਖਾਲਿਸਤਾਨ ਖਾਲਸੇ ਦੀ ਰਾਜਨੀਤਿਕ ਪ੍ਰਣਾਲੀ ਦਾ ਸਰਬ ਪ੍ਰਵਾਨਿਤ ਨਾਮ ਹੈ, ਜਿਸ ਨੂੰ ਦੁਨੀਆ ਵਿਚਲਾ ਹਰ ਸਮਾਜ ਆਪਣੇ ਕਲਿਆਣ ਉਥਾਨ ਲਈ ਅਪਣਾ ਸਕਦਾ ਹੈ, ਜਿਸ ਦਾ ਖੁਦ ਖਾਲਸਾ ਹੋਣਾ ਕੋਈ ਸ਼ਰਤ ਨਹੀਂ ਹੈ। ਕੋਈ ਵੀ ਸਮਾਜ ਅਤੇ ਸੱਭਿਆਚਾਰ ਆਪਣੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ ਲਈ ਆਪਣੇ ਵਿਸ਼ਵਾਸ ਦਾ ਪਾਲਣ ਕਰਦੇ ਹੋਏ ਹੀ ਇਸ ਰਾਜਨੀਤਿਕ ਪ੍ਰਣਾਲੀ ਖਾਲਿਸਤਾਨ ਨੂੰ ਠੀਕ ਉਵੇਂ ਹੀ ਅਪਣਾ ਤੇ ਲਾਗੂ ਕਰ ਸਕਦਾ ਹੈ ਜਿਵੇਂ ਉਹ ਸਮਾਜਵਾਦੀ, ਕਮਿਊਨਿਸਟ, ਪੂੰਜੀਵਾਦੀ, ਮਾਓ ਜਾਂ ਗਾਂਧੀਵਾਦੀ ਪ੍ਰਣਾਲੀ ਨੂੰ ਅਪਣਾਉਂਦਾ ਹੈ।
ਘੱਟੋ ਘੱਟ ਭਾਰਤੀ ਸੰਵਿਧਾਨ ਅਤੇ ਪਾਰਲੀਮਾਨੀ ਸਿਸਟਮ ਆਪਣੇ ਸ਼ਹਿਰੀਆਂ ਨੂੰ ਇਸ ਦੀ ਆਗਿਆ ਦਿੰਦਾ ਹੈ। ਇਸੇ ਲਈ ਹੀ ਭਾਰਤ ਦੀ ਸੰਸਦ ਵਿੱਚ ਇਸੇ ਆਸ਼ੇ ਦੀ ਪ੍ਰਾਪਤੀ ਲਈ ਮੇਰੇ ਵੱਲੋਂ ਦਿੱਤੇ ਗਏ ਮਿਤੀ 3 ਸਤੰਬਰ 1990 ਦੇ ਭਾਸ਼ਣ ਨੂੰ ਪ੍ਰਵਾਨ ਕੀਤਾ ਗਿਆ ਹੈ ਅਤੇ ਸੰਸਦ ਵੱਲੋਂ ਖੁਦ ਛਾਪਿਆ ਜਾਂਦਾ ਹੈ। ਮੇਰੇ ਇਸ ਭਾਸ਼ਣ ਰਾਹੀਂ ਭਾਰਤੀ ਸੰਸਦ ਨੇ ਮੇਰਾ ਇਹ ਪੰਥਕ ਨਿਸ਼ਚਾ ਪ੍ਰਵਾਨ ਕੀਤਾ ਹੈ ਕਿ ਸਾਨੂੰ ਪੰਥ ਨੂੰ ਆਪਣੇ ਵਿਧਾਨ ਅਤੇ ਆਪਣੇ ਨਿਸ਼ਾਨ ਦਾ ਰਾਜ ਚਾਹੀਦਾ ਹੈ। ਫਿਰ ਖਾਲਸੇ ਨੂੰ ਪੰਜਾਬ ਵਿੱਚ ਇਸ ਨੂੰ ਲਾਗੂ ਕਰਨ ਤੋਂ ਕਿਉਂ ਰੋਕਿਆ ਜਾਂਦਾ ਹੈ? ਦੁਨੀਆ ਦਾ ਕੋਈ ਵੀ ਵਿਧਾਨ ਇਸ ਨੂੰ ਗੈਰ ਕਾਨੂੰਨੀ ਨਹੀਂ ਆਖ ਸਕਦਾ ਤੇ ਨਾ ਹੀ ਇਹ ਹੈ। ਇਸ ਲਈ ਆਲਮੀ ਅਗਵਾਈ ਦੀ ਗਵਾਹੀ ਭਰਦਾ ਸਿਧਾਂਤ ਹੈ ਇਹ ਸੰਕਲਪ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਜੋ ਸਿੱਖ ਹਨ ਉਹਨਾਂ ਤੇ ਅਤੇ ਜੋ ਮਨੁੱਖਤਾ ਦੀ ਮੂਲ ਹੋਂਦ ਦੇ ਅਲੰਬਰਦਾਰ ਹਨ ਉਹਨਾਂ ਤੇ ਇਸ ਸੰਕਲਪ ਨੂੰ ਸਾਕਾਰ ਕਰਨਾ ਫਰਜ਼ ਆਇਦ ਹੁੰਦਾ ਹੈ। ਇਸ ਰਾਜਨੀਤਿਕ ਪ੍ਰਣਾਲੀ ਨੂੰ ਅਲਗਾਵਵਾਦੀ, ਵੱਖਵਾਦੀ, ਅੱਤਵਾਦੀ ਜਾਂ ਦੇਸ਼ ਧਰੋਹੀ ਪ੍ਰਚਾਰਨ ਵਾਲੇ ਹੀ ਅਸਲ ਵਿੱਚ ਮਨੁੱਖਤਾ ਦੇ ਘਾਤੀ ਸਿੱਧ ਹੋ ਰਹੇ ਹਨ। ਇਸ ਲਈ ਇਸ ਨੂੰ ਸਮਝੇ ਬਿਨਾਂ ਸਮਾਜ ਦੇ ਕਿਸੇ ਵੀ ਜ਼ਿੰਮੇਵਾਰ ਪੱਖ ਨੂੰ, ਚਾਹੇ ਉਹ ਲੋਕਾਈ ਹੋਵੇ, ਅਫਸਰਸ਼ਾਹੀ, ਰਾਜ, ਪ੍ਰੈਸ ਜਾਂ ਬੇਤਾਰ ਮੀਡੀਆ ਆਦਿ ਨੂੰ ਗੈਰ ਜ਼ਿੰਮੇਵਾਰਾਨਾ ਅਫਵਾਹੀ ਪ੍ਰਚਾਰ ਨਹੀਂ ਕਰਨਾ ਚਾਹੀਦਾ। ਇਹ ਦੇਸ਼ ਲਈ ਬੜਾ ਘਾਤਕ ਸਿੱਧ ਹੋ ਰਿਹਾ ਹੈ। ਇੱਕ ਵਿਚਾਰਧਾਰਾ ਨੂੰ ਵਿਚਾਰਧਾਰਕ ਸੋਚ ਅਨੁਰੂਪ ਹੀ ਸਮਝਣ ਦੀ ਸੂਝ ਨੂੰ ਸਾਨੂੰ ਸਭ ਨੂੰ ਆਪਣੇ ਅੰਦਰ ਪ੍ਰਗਟ ਕਰ ਲੈਣਾ ਚਾਹੀਦਾ ਹੈ। ਪੰਥ ਖਾਲਸਾ ਸਮੇਤ ਸਮੂਹ ਵਿਸ਼ਵ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਗੁਰਮਤ ਪ੍ਰਕਾਸ਼ ਦੀਆਂ ਇਹਨਾਂ ਨਵ ਕਿਰਨਾਂ ਅਨੁਰੂਪ ਆਪਣੀ ਭਵਿੱਖਤ ਬਣਤਰ ਨੂੰ ਘੜਨ ਲਈ ਉਪਰਾਲੇ ਆਰੰਭ ਕਰ ਦੇਣ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 122 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।